ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ 'ਤੇ। ਜਿਵੇਂ ਕਿ ਤੁਸੀਂ ਥੰਬਨੇਲ ਦੇਖ ਹੀ ਲਿਆ ਕਿ ਪੰਜਾਬ ਦੀ ਜੀਕੇ ਦੇ 30 ਸਵਾਲ, ਜਿਨ੍ਹਾਂ 'ਚੋਂ ਤਕਰੀਬਨ 20 ਕੁ ਸਵਾਲ ਪੰਜਾਬ ਦੀ ਹਿਸਟਰੀ ਨਾਲ ਸੰਬੰਧਿਤ ਨੇ ਅਤੇ 5 ਸਵਾਲ ਪੰਜਾਬ ਦੀ ਇਕੋਨਮੀ ਅਤੇ 5 ਪੰਜਾਬ ਦੇ ਕਰੰਟ ਨਾਲ। ਸੋ 30 ਸਵਾਲਾਂ ਦਾ ਇੱਕ ਡਿਟੇਲਡ ਟੈਸਟ ਤਿਆਰ ਤਾਂ ਕੀਤਾ ਗਿਆ ਹੈ ਉਹਨਾਂ ਲਈ ਜਿਹੜੇ PPSC ਦੇ ਪੇਪਰਾਂ ਨੂੰ ਰਡਾਰ 'ਤੇ ਰੱਖ ਰਹੇ ਆ। ਆਉਣ ਵਾਲੇ PPSC ਜੋ 60 ਪੋਸਟਾਂ PPSC ਫੋਰੈਸਟ ਰੇਂਜਰ ਦੀਆਂ ਅਤੇ 21 ਪੋਸਟਾਂ ਐਕਸਟਰਾ ਕੰਜ਼ਰਵੇਟਰ ਦੀਆਂ ਜੋ ਰੀਐਡਵਰਟਾਈਜ਼ਮੈਂਟ ਕਰ ਰਹੀ ਆ। ਇਸ ਤੋਂ ਬਿਨਾਂ PCS ਫ੍ਰੀ। ਪਰ ਜਿਹੜੇ ਬੱਚੇ PSSB ਦੀ ਤਿਆਰੀ ਵੀ ਕਰਦੇ ਆ ਉਹ ਵੀ ਚਾਹੁੰਦੇ ਆ ਕਿ ਪੰਜਾਬ 'ਚ ਸਾਨੂੰ ਇਹੋ ਜਿਹੇ ਕੰਸੈਪਟ ਪਤਾ ਲੱਗਣ ਜਿਹਦੇ ਨਾਲ ਸਾਡੀ ਜਾਣਕਾਰੀ 'ਚ ਵਾਧਾ ਹੋਵੇ। ਸੋ ਸਾਰੇ ਉਹ ਐਸਪੀਰੈਂਟਸ ਵਾਸਤੇ ਇਹ ਪੰਜਾਬ GK ਦੇ 30 ਸਵਾਲ ਆਪਣੇ ਆਪ 'ਚ ਜੇ ਵਨ ਲਾਈਨਰ ਕਰਕੇ ਦੇਖੀਏ ਤਾਂ 100 ਦੇ ਬਰਾਬਰ ਜਾਣਗੇ। ਹਰ ਇੱਕ ਸਟੇਟਮੈਂਟ ਆਪਣੇ ਆਪ 'ਚ ਇੱਕ ਕੰਸੈਪਟ ਹੋਊਗੀ। ਸੋ ਤੁਸੀਂ ਸਾਡਾ ਇਸ ਜਿਹੜੀਆਂ ਵੀਡੀਓਜ਼ ਨੇ ਇਹਨੂੰ ਚੰਗੀ ਤਰ੍ਹਾਂ ਦੇਖ ਸਕਦੇ ਹੋ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਐਸਪੀਰੈਂਟ ਇਸ ਵੀਡੀਓ ਤੋਂ ਬਾਅਦ ਇਹ ਦੇਖਣਾ ਚਾਹੁੰਣਗੇ ਕਿ ਅਸੀਂ ਹੋਰ ਤੁਹਾਡੇ ਲੈਕਚਰਸ ਜਾਂ ਤੁਹਾਡੇ ਹੋਰ ਸਬਜੈਕਟਾਂ ਪ੍ਰਤੀ ਤੁਹਾਡੀ ਸਮਝ ਕਿਵੇਂ ਦੇਖ ਸਕਦੇ ਹਾਂ ਜੇ ਅਸੀਂ ਤੁਹਾਡੇ ਨਾਲ ਅਨਰੋਲ ਹੋਣਾ ਚਾਹੀਏ। YouTube 'ਤੇ ਮਾਸਟਰ ਕਲਾਸਿਸ ਪਟਿਆਲਾ ਦਾ ਚੈਨਲ ਓਪਨ ਕਰੋ, ਉੱਪਰ ਹੋਮ ਵੀਡੀਓਜ਼ ਪਲੇਲਿਸਟ 'ਚ ਜਾਓ, ਪਲੇਲਿਸਟ ਨੂੰ ਸਕਰੋਲ ਕਰਕੇ ਥੱਲੇ ਜਾਓ, ਮੈਰਾਥਨਸ ਬਾਏ MCP ਯਾਨੀ ਕਿ ਮੈਰਾਥਨਸ ਬਾਏ ਮਾਸਟਰ ਕਲਾਸਿਸ ਪਟਿਆਲਾ ਨਾਮ ਦੀ ਪਲੇਲਿਸਟ ਓਪਨ ਕਰੋ। ਉਹ 'ਚ ਤੁਹਾਨੂੰ ਮੈਥ, ਪੋਲਿਟੀ, ਹਿਸਟਰੀ ਨਾਲ ਸੰਬੰਧਿਤ ਓਪਨਲੀ ਵੈਸੇ ਹੀ ਪਈ ਹੋਈ ਆ ਸਾਇੰਸ ਦੀਆਂ ਮੈਰਾਥਨਸ। ਹਰ ਇੱਕ ਸਬਜੈਕਟ ਦੇ ਡਿਟੇਲਡ ਵੀਡੀਓਜ਼ ਨੇ। ਮੈਰਾਥਨਸ ਇਕੱਲੀ ਸਕਰੀਨ 'ਤੇ ਇੰਗਲਿਸ਼ 'ਚ ਚੱਲਦੀਆਂ ਅਤੇ ਬਾਕੀ ਜਦੋਂ ਅਸੀਂ ਫੁੱਲ ਫਲੈਜ ਪੜ੍ਹਾਉਂਦੇ ਹਾਂ ਉਦੋਂ ਅਸੀਂ ਸਾਰਾ ਸਿਲੇਬਸ ਬਾਈਲਿੰਗੁਅਲ ਇੰਗਲਿਸ਼ ਕਮ ਪੰਜਾਬੀ 'ਚ ਕਵਰ ਕਰਾਉਂਦੇ ਹਾਂ। ਚੰਗੀ ਤਰ੍ਹਾਂ ਚੈੱਕ ਕਰੋ। ਮਾਸਟਰ ਕਲਾਸਿਸ ਪਟਿਆਲਾ ਦਾ 7.4 ਕੇ 7.5K ਦਾ ਟੈਲੀਗ੍ਰਾਮ ਦਾ ਚੈਨਲ ਆ, 7K ਤੋਂ ਵੱਧ, 7000 ਸਬਸਕ੍ਰਾਈਬਰਸ ਤੋਂ ਵੱਧ ਦਾ। ਉਹਦੇ 'ਤੇ ਜਾ ਕੇ ਤੁਸੀਂ ਸਾਡਾ ਸਟੱਡੀ ਮਟੀਰੀਅਲ ਡੈਮੋ ਦੇ ਫੋਰਮ ਦੇ ਵਿੱਚ ਪਿਆ ਹੋਇਆ ਹੈ ਬਾਈਲਿੰਗੁਅਲ, ਤੁਸੀਂ ਚੈੱਕ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਤੁਸੀਂ ਸਾਡੇ ਕੋਲ IS PCS ਇਨ ਇੰਗਲਿਸ਼ ਪੰਜਾਬੀ ਮੀਡੀਅਮ 'ਚ ਜਾਂ PCS ਪ੍ਰੀ ਅਤੇ PPSC ਦੀਆਂ ਪੇਪਰਸ ਜਾਂ PSSB ਦੇ ਹੋਣ ਵਾਲੇ ਇਗਜ਼ਾਮਸ ਲਈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਸਾਡੀ ਐਪ ਡਾਊਨਲੋਡ ਕਰੋਗੇ ਤਾਂ ਐਪ ਦੇ ਉੱਪਰ ਜਿਹੜੇ ਟੈਬਸ ਬਣੇ ਆ, ਪੰਜਾਬ ਜੋਬਸ ਦੇ ਟੈਬ ਦੇ ਵਿੱਚ ਤੁਹਾਨੂੰ ਸਾਡਾ PSSB ਵਾਲਾ ਕੋਰਸ ਮਿਲ ਜੂਗਾ, PPSC ਵਾਲੀ ਟੈਬ 'ਚ ਆਹ ਕੋਰਸ ਮਿਲ ਜੂਗਾ, PCS ਇੰਗਲਿਸ਼ ਪੰਜਾਬੀ ਮੀਡੀਅਮ ਵਾਲੀ ਟੈਬ 'ਚ ਆ। ਜੇ ਕਿਤੇ ਵੀ ਤੁਹਾਨੂੰ ਕੋਈ ਡਾਊਟ ਲੱਗੇ ਤਾਂ ਤੁਸੀਂ ਸਾਡੇ ਨਾਲ ਇਹਨਾਂ ਨੰਬਰਾਂ 'ਤੇ WhatsApp ਜਾਂ ਥੱਲੇ ਵਾਲੇ ਨੰਬਰ 'ਤੇ ਕਾਲ, ਉੱਪਰ ਵਾਲੇ 'ਤੇ ਵੀ ਕਾਲ ਕਰ ਸਕਦੇ ਹੋ। ਆਹ ਸਾਡੀ ਐਪ ਦਾ ਲੋਗੋ ਆ ਮਾਸਟਰ ਕਲਾਸਿਸ। ਐਂਡਰੋਇਡ 'ਤੇ, ਆਈਫੋਨ 'ਤੇ ਮਾਈ ਇੰਸਟੀਟਿਊਟ ਐਪ ਆ ਅਤੇ ORG ਕੋਡ ਆ ਹੈ। ਲੈਪਟਾਪ ਵਾਸਤੇ ਲਿੰਕ ਮਾਸਟਰ ਕਲਾਸਿਸ ਪਟਿਆਲਾ .in ਅਤੇ ਉਹ ਕੋਡ ਮੰਗਣਗੇ, ਕੋਡ ਆਹੀ ਭਰਨਾ ਤਾਂ ਲੈਪਟਾਪ ਦਾ ਅਸੈਸ ਅਵੇਲੇਬਲ ਆ। ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ, ਸ਼ੁਰੂ ਕਰਦੇ ਹਾਂ ਆਪਾਂ ਅੱਜ ਦੇ ਕੁਐਸਚਨਸ। ਦੇਖੋ ਬੜੇ ਧਿਆਨ ਨਾਲ, ਹੁਣ ਆਪਾਂ ਆਰਾਮ ਨਾਲ ਸਮਝਾਂਗੇ। ਸਮਝਣ ਦੀ ਗੱਲ ਇਹ ਆ, ਸਭ ਤੋਂ ਪਹਿਲਾ ਸਵਾਲ ਕਿ ਪੰਜਾਬ ਪੁਲਿਸ ਦੇ ਆਫੀਸਰ ਨੇ ਗੁਰਜੋਤ ਕਲੇਰ, ਖਬਰਾਂ 'ਚ ਨੇ ਸਵਾਲ ਪੁੱਛਿਆ ਕਿਉਂ? ਜੁਲਾਈ ਦੇ ਮਹੀਨੇ 'ਚ ਇਹਨਾਂ ਬਾਰੇ ਖਬਰ ਆਈ ਸੀ, ਆਈ ਥਿੰਕ ਜੁਲਾਈ ਜਾਂ ਜੂਨ ਦੀ ਗੱਲ ਆ, ਕਿਉਂਕਿ ਇਹਨਾਂ ਨੇ ਯੂਰਪ ਦੀ ਸਭ ਤੋਂ ਹਾਈਐਸਟ ਪੀਕ ਜਿਹੜੀ ਆ ਮਾਊਂਟ ਐਲਬਰਸ, ਤੁਸੀਂ ਕਮੈਂਟ ਕਰਕੇ ਦੱਸਣਾ ਕਿ ਇਹ ਕਿਹੜੀ ਸਟੇਟ ਦੇ ਵਿੱਚ ਆ ਅਤੇ ਕਿਹੜੀ ਪਹਾੜਾਂ ਦੀ ਰੇਂਜ 'ਤੇ ਆ। ਕਿਹੜੀ ਰੇਂਜ ਦੀ ਹਾਈਐਸਟ ਪੀਕ ਆ? ਯੂਰਾਲ ਮਾਊਂਟੇਨ, ਐਲਪ ਮਾਊਂਟੇਨ, ਐਟਲਸ ਮਾਊਂਟੇਨਸ ਕਿ ਐਂਡੀਜ਼ ਮਾਊਂਟੇਨ, ਕਿੱਥੋਂ ਦੀ ਹਾਈਐਸਟ ਪੀਕ ਆ? ਉਹਨੂੰ ਇਹਨਾਂ ਨੇ ਉੱਥੇ ਜਾ ਕੇ ਤਿਰੰਗਾ ਝੰਡਾ ਲਹਿਰਾਇਆ ਹੈ ਅਤੇ ਇਹ ਆਈ ਥਿੰਕ, ਜੇ ਮੈਂ ਗਲਤ ਨਾ ਹੋਵਾਂ, ਫਿਲਹਾਲ ਇਹ SP ਦੇ ਰੈਂਕ 'ਤੇ ਆ ਪੰਜਾਬ 'ਚ। ਸੋ C ਇਜ਼ ਦੀ ਕਰੈਕਟ ਆਪਸ਼ਨ, ਲਾਓ ਟਿਕ। ਦੂਜਾ ਸਵਾਲ ਆ ਹਾਈਸਿੰਥ। ਹਾਈਸਿੰਥ ਦਾ ਮਤਲਬ ਇੱਕ ਨਾ ਬੂਟੀ ਜੀ ਹੁੰਦੀ ਆ, ਬੜੇ ਸੋਹਣੀ ਫਰੈਗਨੈਂਸ, ਖੁਸ਼ਬੂ ਵਾਲੀ ਬੂਟੀ। ਇਹ ਅਸਲ ਦੇ ਵਿੱਚ ਨਾ ਜਿਹੜੀ ਫਜ਼ਲਕੇ ਵਾਲੀ ਨਹਿਰ ਆ ਉਹਦੇ 'ਚ ਇਹਦੀ ਨਜਾਇਜ਼ ਗਰੋਥ ਨੇ ਉੱਥੋਂ ਦੀਆਂ ਕੰਧਾਂ ਜਿਹੜੀਆਂ ਉਹਦੀਆਂ ਵਾਲਸ ਨੇ ਉਹ ਖਰਾਬ ਕੀਤੀਆਂ ਹੋਈਆਂ। ਇਹਦੇ ਕਰਕੇ ਪੰਜਾਬ ਦੇ ਵਿੱਚ ਅਖਬਾਰਾਂ 'ਚ ਖਬਰ ਨਸ਼ਰ ਹੋਈ ਸੀ, ਉਹ 'ਚੋਂ ਮੈਂ ਸਵਾਲ ਫਰੇਮ ਕੀਤਾ ਕਿ ਹਾਈਸਿੰਥ ਫਲਾਵਰ ਜਿਹੜਾ ਹੈ ਇਹ ਆਪਣੀ ਇੰਟੈਂਸ ਫਰੈਗਨੈਂਸ ਵਾਸਤੇ ਜਾਣਿਆ ਜਾਂਦਾ। ਬਿਲਕੁਲ ਸਹੀ। ਵਾਟਰ ਹਾਈਸਿੰਥ, ਜਿਹਦਾ ਕਿ ਸਾਇੰਟੀਫਿਕ ਨਾਮ ਆ ਲਿਖਿਆ ਹੋਇਆ, ਹੁਣ ਮੈਨੂੰ ਇੰਨੀ ਸਾਇੰਸ ਤਾਂ ਆਉਂਦੀ ਨਹੀਂ ਕਿ ਇਹ ਨਾਮ ਮੈਂ ਪੜ੍ਹ ਕੇ ਸੁਣਾਦਾ, ਆਪੇ ਦੇਖ ਲਿਓ। ਇਹਨੂੰ ਟੈਰਰ ਆਫ ਬੰਬੇ ਕਿਹਾ ਜਾਂਦਾ, ਗਲਤ। ਇਹਨੂੰ ਟੈਰਰ ਆਫ ਬੰਗਾਲ, ਕਿਉਂਕਿ ਬੰਗਾਲ ਦੀਆਂ ਵੈਟਲੈਂਡਸ ਤਰ ਭੂਮੀਆਂ 'ਚ ਬਹੁਤ ਤੇਜ਼ੀ ਨਾਲ ਫੈਲਿਆ ਅਤੇ ਉੱਥੋਂ ਦੀਆਂ ਤਰ ਭੂਮੀਆਂ ਅਤੇ ਜਲਸ਼ਯ ਵਾਟਰ ਬੋਡੀਜ਼ ਦਾ ਬਹੁਤ ਨੁਕਸਾਨ ਕੀਤਾ। ਡਿਟੇਲ ਮੈਂ ਥੱਲੇ ਦਿੱਤੀ ਹੋਈ ਆ, ਤੁਸੀਂ ਇਹ ਐਕਸਪਲੇਨੇਸ਼ਨ ਪੜ੍ਹ ਸਕਦੇ ਹੋ। ਨੈਕਸਟ ਅੱਗੇ ਆ ਜਾਓ ਅਗਲੇ ਸਵਾਲ 'ਤੇ। ਤੀਸਰਾ ਸਵਾਲ ਇਹ ਆ ਕਿ ਸ਼ੇਰ-ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 184ਵੀਂ ਡੈਥ ਐਨਵਰਸਰੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿੱਥੇ ਸੈਲੀਬਰੇਟ ਕੀਤੀ? ਉਹਨਾਂ ਦੇ ਨਾਨਕੇ ਪਿੰਡ ਬਦਰੁੱਖਾਂ ਸੈਲੀਬਰੇਟ ਕੀਤੀ। ਤੁਸੀਂ ਦੱਸੋਗੇ ਕਿ ਉੱਥੋਂ
ਕਿਹੜੀ ਉਹਨਾਂ ਦੇ ਮਦਰ ਸੀਗੇ, ਮਤਲਬ ਕਿ ਜਿਨ੍ਹਾਂ ਦਾ ਉੱਥੇ ਜਨਮ ਹੋਇਆ ਸੀ। ਸੋ ਇਹ ਹੋ ਗਿਆ ਇੰਪੋਰਟੈਂਟ ਗੱਲ, ਇਹਦੇ ਨਾਲ ਸੰਬੰਧਿਤ ਕਰੰਟ ਅਫੇਅਰਸ ਨਾਲ ਸੰਬੰਧਿਤ ਸੀ, ਉਹ ਮੈਂ ਡਿਸਕਸ ਕਰ ਲਈ। ਅਗਲਾ ਸਵਾਲ ਆ ਗਿਆ ਜੀ ਸਾਡੇ ਕੋਲ, ਕਹਿੰਦੇ ਹੁਣੇ ਜੁਲਾਈ 2023 ਚ ਪਰਫਾਰਮੈਂਸ ਗ੍ਰੇਡ ਇੰਡੈਕਸ ਆਇਆ ਹੈ 2021-22 ਵਾਸਤੇ। ਉਹਦੇ 'ਚ ਪੰਜਾਬ ਤੇ ਚੰਡੀਗੜ੍ਹ ਦੋ ਜਾਣੇ ਆ ਜਿਨ੍ਹਾਂ ਨੇ ਪਹਿਲੇ ਗ੍ਰੇਡ 'ਚ ਸਫਲਤਾ ਹਾਸਲ ਕੀਤੀ, ਪਹਿਲਾ ਗ੍ਰੇਡ ਹਾਸਲ ਕੀਤਾ ਹੈ। ਚੰਡੀਗੜ੍ਹ ਤੇ ਪੰਜਾਬ ਜਿਹੜੇ ਆ ਇਹੀ ਦੋ ਰਾਜ ਤੇ ਜਾਂ ਯੂਟੀਜ਼ ਨੇ ਜਿਨ੍ਹਾਂ ਨੇ 641 ਤੋਂ ਲੈ ਕੇ 700 ਦੇ ਵਿੱਚ ਨੰਬਰ ਹਾਸਲ ਕੀਤੇ ਆ। ਦੂਜੀ ਗੱਲ ਤਾਂ ਸਹੀ ਆ ਪਰ ਪਹਿਲੀ ਗਲਤ ਆ। ਵਜ੍ਹਾ ਜਿਹੜਾ ਮਿਨਿਸਟਰੀ ਆਫ ਐਜੂਕੇਸ਼ਨ ਨੇ ਸਿਸਟਮ ਜਾਰੀ ਕੀਤਾ ਹੈ ਉਹਦੇ 'ਚ ਪਹਿਲੇ ਗ੍ਰੇਡ ਦਾ ਨਾਮ ਆ ਦਕਸ਼, ਦੂਜੇ ਦਾ ਨਾਮ ਆ ਉਤਰਕਸ਼, ਤੀਜੇ ਦਾ ਅਤੀ ਉੱਤਮ, ਚੌਥੇ ਦਾ ਉੱਤਮ, ਪੰਜਵੇਂ ਦਾ ਪ੍ਰਤਿਸ਼ਠਾ। ਪਹਿਲੇ 5 ਗ੍ਰੇਡਾਂ 'ਚ ਤਾਂ ਕੋਈ ਵੀ ਨਹੀਂ। 6ਵੇਂ ਗ੍ਰੇਡ 'ਚ ਜਾ ਕੇ ਪੰਜਾਬ ਦਾ ਨਾਮ ਆ, ਪੰਜਾਬ ਤੇ ਚੰਡੀਗੜ੍ਹ ਇਹੀ ਦੋ ਨੇ, ਬਾਕੀ ਸਾਰੀਆਂ ਸਟੇਟਾਂ ਯੂਟੀਜ਼ ਇਹਨਾਂ ਤੋਂ ਥੱਲੇ ਨੇ। ਉਮੀਦ ਕਰਦਾ ਕਿ ਇਹ ਕਹਾਣੀ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਸੋ PGI ਦਾ ਸਕੋਰ 6 ਡੋਮੇਨਸ ਦੇ ਵਿੱਚ ਸਾਰਿਆਂ ਨੂੰ ਚੈੱਕ ਕੀਤਾ ਗਿਆ, ਕਿਹੜੀਆਂ ਲਰਨਿੰਗ ਆਊਟਕਮ, ਅਸੈਸ ਇਨਫਰਾਸਟਰਕਚਰ ਹੋ ਗਿਆ, ਤੇ ਇਕੁਇਟੀ, ਉੱਥੋਂ ਦਾ ਸੁਸ਼ਾਸਨ ਕਿਵੇਂ ਦਾ ਹੈ, ਟੀਚਿੰਗ ਐਜੂਕੇਸ਼ਨ ਤੇ ਟ੍ਰੇਨਿੰਗ ਕਿਵੇਂ ਦੀ ਹੈ। ਇਹ 6 ਡੋਮੇਨਸ ਦੇ ਵਿੱਚ ਸਾਰੀਆਂ ਸਟੇਟਾਂ ਚੈੱਕ ਕਰਨ ਤੋਂ ਬਾਅਦ ਸਿਰਫ 2 ਹੀ ਸਟੇਟਾਂ ਜਿਹੜੀਆਂ 6ਵੇਂ ਨੰਬਰ ਤੇ ਦੇ ਗ੍ਰੇਡ 'ਚ ਆਈਆਂ ਹੈ, ਤੇ ਉਹ 2 ਕਿਹੜੀਆਂ ਸੀ, ਚੰਡੀਗੜ੍ਹ ਐਂਡ ਪੰਜਾਬ। ਟੌਪਰ ਜ਼ਰੂਰ ਰਹੇ ਆ ਪਰ ਪਹਿਲੇ ਗ੍ਰੇਡ 'ਚ ਪਾਸ ਨਹੀਂ ਹੋਏ। ਖੈਰ ਆ ਜਾਓ ਅੱਗੇ। ਸਵਾਲ ਅਗਲਾ ਕੀ ਕਹਿੰਦਾ ਹੈ, ਪੰਜਾਬ ਰੈਜੀਮੈਂਟ ਜਿਹਨੇ ਇੰਡੀਅਨ ਆਰਮੀ ਨੂੰ ਕਿਹੜੀ ਪਰੇਡ ਦੇ ਵਿੱਚ ਇਹਦੀ ਨੁਮਾਇੰਦਗੀ ਕੀਤੀ ਹੈ। ਤੁਹਾਨੂੰ ਪਤਾ ਫਰਾਂਸ ਦੀ ਕ੍ਰਾਂਤੀ 1799 ਨੂੰ ਹੋਈ ਸੀ ਤੇ 14 ਜੁਲਾਈ ਨੂੰ ਜਦੋਂ ਉਹਨਾਂ ਨੇ ਬਸਤਾਈਲ ਦੀ ਜੇਲ੍ਹ ਤੋੜੀ ਸੀ ਉੱਥੋਂ ਸ਼ੁਰੂ ਹੋਈ ਸੀ। ਉਹਦੀ ਹਰ ਸਾਲ ਉੱਥੇ ਪਰੇਡ ਹੁੰਦੀ ਹੈ। ਇਸ ਵਾਰ ਇੰਡੀਆ ਵੱਲੋਂ ਪੰਜਾਬ ਰੈਜੀਮੈਂਟ ਗਈ ਸੀ। ਬੜਾ ਇੰਪੋਰਟੈਂਟ ਸਵਾਲ ਆ ਤੇ ਇੰਪੋਰਟੈਂਟ ਗੱਲ ਹੋ ਗਈ। ਤੁਹਾਨੂੰ ਪਤਾ ਇੰਡੀਆ ਦੀ ਸਭ ਤੋਂ ਪੁਰਾਣੀ ਰੈਜੀਮੈਂਟ ਆਈ ਥਿੰਕ 1757 'ਚ ਪੰਜਾਬ ਮਦਰਾਸ ਰੈਜੀਮੈਂਟ ਸੀਗੀ। ਤੁਸੀਂ ਦੱਸ ਸਕਦੇ ਹੋ ਸਿੱਖ ਰੈਜੀਮੈਂਟ ਤੇ ਪੰਜਾਬ ਰੈਜੀਮੈਂਟ ਕਦੋਂ ਬਣੀਆਂ, ਤੇ ਇਹ ਵੀ ਦੱਸ ਸਕਦੇ ਹੋ ਇਹਨਾਂ ਦੋਵਾਂ ਦਾ ਹੈੱਡਕੁਆਟਰ ਕਿੱਥੇ ਆ, ਤੇ ਸਿੱਖ ਰੈਜੀਮੈਂਟ ਦਾ ਹੈੱਡਕੁਆਟਰ ਕਿਹੜੀ ਸਟੇਟ 'ਚ ਆ, ਤੇ ਪੰਜਾਬ ਰੈਜੀਮੈਂਟ ਦਾ ਹੈੱਡਕੁਆਟਰ ਕਿੱਥੇ ਆ। ਸੋ ਉਮੀਦ ਕਰਦਾ ਇਹ ਗੱਲ, ਤੇ ਇਹ ਵੀ ਦੱਸਿਓ ਰਾਸ਼ਟਰਪਤੀ ਦੀ ਸੁਰੱਖਿਆ 'ਚ ਜਿਹੜੀ ਰੈਜੀਮੈਂਟ ਲੱਗੀ ਉਹਦਾ ਨਾਮ ਕੀ ਆ, ਉਹ ਕਿਹੜੀ ਕਾਸਟ 'ਚੋਂ ਉਸ ਰੈਜੀਮੈਂਟ 'ਚ ਫੌਜੀ ਲਏ ਜਾਂਦੇ ਆ। ਬਹੁਤ ਇੰਪੋਰਟੈਂਟ ਸਵਾਲ ਆ। 4-5 ਸਵਾਲ ਤੁਹਾਡੇ ਸਾਹਮਣੇ ਸਿੱਟ ਤੇ, ਇਹਨਾਂ ਦੇ ਆਨਸਰ ਲੱਭ ਕੇ ਇਹਦੇ ਨਾਲ ਨੋਟਸ ਬਣਾ ਲਿਓ ਜਿਨ੍ਹਾਂ ਦਾ ਇਹ ਟੈਸਟ ਹੋਇਆ ਸੀ। ਸੋ ਜਿਨ੍ਹਾਂ ਦੇ ਟੈਸਟ 'ਚੋਂ ਨੰਬਰ ਘੱਟ ਆਏ ਹੋ ਇਹ ਨਾ ਟੈਨਸ਼ਨ ਲੈਣ ਕਿ ਟੈਸਟ 'ਚੋਂ ਨੰਬਰ ਘੱਟ ਕਿਉਂ ਆ। ਗੱਲ ਇਹ ਆ, ਦੇਖੋ ਕਿੰਨਾ ਕੁਛ ਨਵਾਂ ਪਤਾ ਲੱਗ ਰਿਹਾ ਹੈ। ਆ ਜਾਓ 25ਵਾਂ ਕਰੰਟ ਅਫੇਅਰਸ ਦੇ ਸਵਾਲ ਮੁੱਕ ਗਏ। ਹੁਣ ਇਕੋਨਮੀ ਦੇ 3 ਸਵਾਲ ਸੀਗੇ। ਪੰਜਾਬ ਦਾ ਜਿਹੜਾ ਇਕਨੋਮਿਕ ਐਂਡ ਸਟੈਟਿਸਟੀਕਲ ਆਰਗੇਨਾਈਜੇਸ਼ਨ ਆ, ਮਤਲਬ ਕਿ ਆਂਕੜਾ ਤੇ ਆਰਥਿਕ ਸੰਗਠਨ, ਇਹਦੇ ਬਾਰੇ ਪੰਜਾਬ ਦੇ ਵਿੱਚ ਜਿੰਨੀਆਂ MP ਲੈਡ ਦੀਆਂ ਸਕੀਮਾਂ ਕੇਂਦਰ ਚਲਾਉਂਦਾ ਹੈ ਉਹਦੀ ਪੰਜਾਬ ਦੇ ਵਿੱਚ ਇਹ ਇੱਕ ਨੋਡਲ ਏਜੰਸੀ ਆ। ਬਿਲਕੁਲ ਸਹੀ ਆ। ਦੂਜੀ ਗੱਲ, ਪੰਜਾਬ ਸਰਕਾਰ ਨੂੰ ਇਹ ਆਰਥਿਕ ਮਾਮਲਿਆਂ ਤੇ ਸਲਾਹ ਵੀ ਦਿੰਦੇ ਆ। ਬਿਲਕੁਲ ਸਹੀ ਗੱਲ ਆ। ਇਹੀ ਹੈ ਪੰਜਾਬ ਦਾ ISO। ਦੋਵੇਂ ਸਟੇਟਮੈਂਟਸ ਕਰੈਕਟ ਨੇ। ਪੰਜਾਬ ਦਾ ਇਹ ਇੱਕ ਅਜਿਹਾ ਅਦਾਰਾ ਹੈ ਜਿਹਦੇ 'ਚ ਯੂਨੀਵਰਸਿਟੀਆਂ, ਕਾਲਜਾਂ ਤੇ ਹੋਰ ਅਦਾਰਿਆਂ 'ਚੋਂ ਐਕਸਪਰਟਸ ਦੀ ਟੀਮ ਤਿਆਰ ਕੀਤੀ ਜਾਂਦੀ ਹੈ ਜੋ ਪੰਜਾਬ ਸਰਕਾਰ ਨੂੰ ਆਰਥਿਕ ਮਾਮਲਿਆਂ 'ਤੇ ਸਲਾਹ ਵੀ ਦਿੰਦੀ ਆ, ਤੇ ਪੰਜਾਬ 'ਚ MP ਲੈਡ ਦੀ ਜੋ ਸਕੀਮ ਚੱਲਦੀ ਆ ਉਹਨੂੰ ਚਲਾਉਣ 'ਚ ਇਹ ਇੱਕ ਨੋਡਲ ਏਜੰਸੀ ਦੇ ਤੌਰ 'ਤੇ ਵੀ ਭੁਗਤਦੀ ਆ। ਅੱਗੇ ਆ ਜਾਓ ਜੀ। ਸਵਾਲ ਕੀ ਆ ਜੀ, ਕਹਿੰਦਾ ਰੀਸੈਂਟ ਕੰਟੈਕਸਟ ਦੱਸੋ ਪੰਜਾਬ ਦਾ ਕੀ ਸਟੇਟਸ ਆ ਪ੍ਰਵਾਸ ਦੇ ਮਾਮਲਿਆਂ 'ਚ, ਮਾਈਗ੍ਰੇਸ਼ਨ 'ਚ। ਪੰਜਾਬ 'ਚ ਸਭ ਤੋਂ ਵੱਧ ਮਾਈਗ੍ਰੈਂਟਸ ਆਉਂਦੇ ਆ ਬਾਕੀ ਸਟੇਟਾਂ ਤੋਂ। ਬਿਲਕੁਲ ਗਲਤ। ਆਈ ਥਿੰਕ ਮਹਾਰਾਸ਼ਟਰ 'ਚ ਪ੍ਰਵਾਸ ਸਭ ਤੋਂ ਵੱਧ ਹੁੰਦਾ ਹੈ। ਮੈਜੋਰਟੀ ਪ੍ਰਵਾਸ ਪੰਜਾਬ ਦੇ ਵਿੱਚ ਮੇਲਸ ਦਾ ਹੈ। ਗਲਤ, ਫੀਮੇਲਸ ਦਾ ਹੈ। ਤੇ ਜੇ ਮੈਂ ਕੋਈ ਪੁੱਛੇ ਮੈਨੂੰ ਕਿੰਨੇ %, 55% ਦੇ ਅਰਾਊਂਡ ਪੁੱਛੇ ਸਭ ਤੋਂ ਵੱਧ ਪ੍ਰਵਾਸ ਹੈ ਕਿਹੜੇ ਸ਼ਹਿਰਾਂ 'ਚ, ਲੁਧਿਆਣਾ ਤੇ SAS ਨਗਰ। ਓਨਲੀ 3 ਇਜ਼ ਦੀ ਕਰੈਕਟ ਸਟੇਟਮੈਂਟ। ਤੇ ਕਾਰਨ ਪੁੱਛੇ ਪੰਜਾਬ 'ਚ ਸਭ ਤੋਂ ਵੱਧ ਪ੍ਰਵਾਸ ਦਾ ਕਾਰਨ ਆ ਵਿਆਹ, ਕਿ ਹਰਿਆਣੇ ਜਾਂ ਰਾਜਸਥਾਨ ਦੀਆਂ ਕੁੜੀਆਂ ਵਿਆਹ ਕੇ ਸਭ ਤੋਂ ਵੱਧ ਪੰਜਾਬ 'ਚ ਆਉਂਦੀਆਂ। ਮਤਲਬ ਸਭ ਤੋਂ ਵੱਧ ਨਹੀਂ, ਬਾਕੀ ਮਾਈਗ੍ਰੈਂਟਸ ਨਾਲੋਂ ਵੱਧ ਇਹਨਾਂ ਦੀ ਰੇਸ਼ੋ ਸਭ ਤੋਂ ਵੱਧ ਆ, ਤੇ ਕਾਰਨ ਵੀ ਇਹੀ ਸਭ ਤੋਂ ਵੱਧ ਆ। ਐਕਸਪਲੇਨੇਸ਼ਨ ਦਿੱਤੀ ਹੋਈ ਆ, ਪੜ੍ਹ ਲਿਓ। ਨੈਕਸਟ ਉਸ ਤੋਂ ਬਾਅਦ ਅੱਗੇ ਆ ਗਿਆ ਆਪਣੇ ਕੋਲ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਇਸ ਇਕਨੋਮਿਕ ਸਰਵੇ ਦੇ ਮੁਤਾਬਕ, ਬੇਸ਼ੱਕ ਇੱਕ ਖੇਤੀਬਾੜੀ ਆਧਾਰਿਤ ਜ਼ਿਲ੍ਹਾ ਹੋਣ ਦੇ ਬਾਵਜੂਦ ਵੀ ਰੂਪਨਗਰ ਪਹਿਲੇ ਤੇ ਆ, SAS ਨਗਰ ਦੂਜੇ ਨੰਬਰ ਤੇ ਆ, ਤੇ ਲੁਧਿਆਣਾ ਤੀਸਰੇ ਨੰਬਰ ਤੇ ਆ। ਸੋ ਦੋਵੇਂ ਇੰਡਸਟਰੀਅਲ ਟਾਊਨ ਦੂਜੇ ਤੇ ਤੀਜੇ ਤੇ ਆ। ਸੋ ਆਨਸਰ ਬਣ ਗਿਆ 2, 3 ਤੇ 1। C ਇਜ਼ ਦੀ ਕਰੈਕਟ ਆਪਸ਼ਨ। ਸੌਰੀ, C ਇਜ਼ ਦੀ 2, 1 ਤੇ 3। ਸੌਰੀ, ਪਹਿਲੇ ਤੇ ਹੈਗਾ ਏ ਰੂਪਨਗਰ, ਦੂਜੇ ਤੇ SAS ਨਗਰ, ਤੀਜੇ ਤੇ ਲੁਧਿਆਣਾ। ਸੋ ਆਨਸਰ ਬਣਦਾ ਹੈ 2, 3 ਤੇ 1।
2 3 ਤੇ 1 ਬੀ ਆਪਸ਼ਨ ਆ ਏ, ਸੌਰੀ ਆ ਬੀ ਆਪਸ਼ਨ ਆ ਤੇ ਆ ਸੀ ਆਪਸ਼ਨ ਆ, ਠੀਕ ਆ ਬੀ ਆਪਸ਼ਨ ਆ ਸੀ ਆਪਸ਼ਨ ਆ, 2 3 ਤੇ 1, ਠੀਕ ਆ। ਸੋ ਜੇ ਗਰੀਬ ਪੁੱਛੇ ਜਾਣ ਪਰ ਕੈਪੀਟਲ ਇਨਕਮ ਦੇ ਮਾਮਲੇ 'ਚ ਤਾਂ ਦੋਵੇਂ ਬਾਰਡਰ ਏਰੀਆਜ਼ ਗੁਰਦਾਸਪੁਰ ਤੇ ਤਰਨਤਾਰਨ। ਆਰਥਿਕ ਸਰਵੇਖਣ ਭਾਵ ਇਕਨੋਮਿਕ ਸਰਵੇ ਦਾ ਸਵਾਲ ਆ, ਹੁਣ ਇਹਦੇ 'ਚ ਮੈਂ ਕੀ ਚੇਂਜ ਕਰਾਂ, ਆ ਜਾਓ, ਠੀਕ ਆ। ਨੈਕਸਟ ਅੱਗੇ ਆਪਣੇ ਕੋਲ ਆ ਗਿਆ ਅਗਲਾ ਸਵਾਲ, ਹਿਸਟਰੀ ਦਾ ਸਵਾਲ ਆ ਗਿਆ ਜੀ। ਹੁਣ ਸਵਾਲ ਬੜਾ ਇੰਟਰਸਟਿੰਗ ਆ, ਕਹਿੰਦਾ 1921 ਦੀ 19 ਮਾਰਚ ਨੂੰ ਇੱਕ ਸਿੱਖ ਐਜੂਕੇਸ਼ਨਲ ਕਾਨਫਰੰਸ ਮੋਗਾ ਹੋਈ, ਉੱਥੇ ਬੈਠ ਕੇ ਬੱਬਰ ਅਕਾਲੀ ਮੂਵਮੈਂਟ ਬਣਦੀ ਹੈ। ਵਾਕਈ ਬੱਬਰ ਅਕਾਲੀ ਮੂਵਮੈਂਟ ਅਕਾਲੀ ਦਲ ਚੋਂ ਨਿਕਲਿਆ ਇੱਕ ਆਫਸ਼ੂਟ ਸੀਗਾ, ਜਿਹੜਾ ਕਿ ਖਾੜਕੂ ਜਥੇਬੰਦੀ ਸੀ ਇੱਕ, ਜਿਨ੍ਹਾਂ ਨੂੰ ਲੱਗਦਾ ਸੀ ਕਿ ਪਿਆਰ ਨਾਲ ਇਹ ਗੁਰਦੁਆਰੇ ਖਾਲੀ ਨਹੀਂ ਕਰਨਗੇ ਤੇ ਸਾਡੇ ਨਾਲ ਜਿਹੜੇ ਤਰਨਤਾਰਨ ਵਰਗੇ ਹਾਦਸੇ ਹੋ ਰਹੇ ਆ, ਸਾਡੇ ਸਿੱਖ ਮਾਰੇ ਜਾ ਰਹੇ ਆ, ਉਹਨਾਂ ਦਾ ਗੁੱਸਾ ਸੀਗਾ ਮੁੰਡਿਆਂ ਨੂੰ। ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਕਾਨਫਰੰਸ ਕੀਤੀ, ਜਿਹਦੇ ਚੋਂ ਬੱਬਰ ਅਕਾਲੀ ਲਹਿਰ ਨਿਕਲੀ। ਇਸੇ ਲਹਿਰ ਦੇ ਦੌਰਾਨ ਕਿਸ਼ਨ ਸਿੰਘ ਗਰਾਜ ਜਿਹੜੇ ਸੀਗੇ, ਉਹਨਾਂ ਨੇ ਚੱਕਰਵਤੀ ਜਥਾ ਬਣਾਇਆ ਨਵੰਬਰ 1921 'ਚ, ਤੇ ਬਹੁਤ ਸਾਰੇ ਮੁੰਡਿਆਂ ਨੂੰ ਯੂਨੀਵਰਸਿਟੀ ਕਾਲਜ 'ਚ ਪੜ੍ਹਦਿਆਂ ਨੂੰ, ਬੇਰੁਜ਼ਗਾਰਾਂ ਨੂੰ ਉਹਦੇ 'ਚ ਰਲਾਇਆ। ਬਿਲਕੁਲ ਸਹੀ ਗੱਲ ਆ। ਕ੍ਰਿਮੀਨਲ ਲਾਅ ਅਮੈਂਡਮੈਂਟ ਐਕਟ 1908 ਦੇ ਤਹਿਤ 1923 ਦੀ ਅਪ੍ਰੈਲ 'ਚ ਇਸ ਜਥੇਬੰਦੀ ਨੂੰ ਅਨਲੌਫੁਲ ਜਥੇਬੰਦੀ ਡਿਕਲੇਅਰ ਕਰ ਦਿੱਤਾ ਗਿਆ। ਇਹ ਵੀ ਬਿਲਕੁਲ ਸਹੀ ਹੈ। ਸੋ ਪੁੱਛਿਆ ਕਿਹੜੀ ਕਿਹੜੀ ਸਟੇਟਮੈਂਟ ਸਹੀ ਆ, ਦੂਜੀ ਤੇ ਤੀਜੀ। ਦੇਖੋ ਕਿੱਡੀ ਇੰਪੋਰਟੈਂਟ ਗੱਲ ਆ। ਸੋ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਜੇ ਅਸੀਂ ਇਸ ਸੰਸਥਾ ਬਾਰੇ ਪੜ੍ਹਨਾ ਹੀ ਰਹਿ ਗਏ। ਸੋ ਮੈਂ ਪੂਰੀ ਡਿਟੇਲ 'ਚ ਦੱਸਦਾ ਕਿ ਕਿਸ਼ਨ ਸਿੰਘ ਹੁਣਾਂ ਨੇ ਸੀਕ੍ਰੇਟ ਬਣਾਈ, ਇੱਕ ਸੰਸਥਾ ਬਣਾਈ। ਫਿਰ ਇਹਦੇ ਤਹਿਤ ਕਿਹੜੇ ਕਿਹੜੇ ਦੇ ਬੱਬਰ ਅਕਾਲੀ ਲੀਡਰ ਸੀਗੇ, ਜਿਹੜੇ ਕਰਮ ਸਿੰਘ ਹੋ ਗਿਆ, ਆਨੰਦ ਸਿੰਘ ਹੋ ਗਿਆ, ਧਰਮ ਸਿੰਘ ਹੋ ਗਿਆ, ਬਾਬੂ ਸੰਤਾ ਸਿੰਘ ਹੋ ਗਿਆ, ਕਿਸ਼ਨ ਸਿੰਘ ਗਰਗਜ ਹੋ ਗਏ। ਸੋ ਇਹ ਕੁਝ ਲੀਡਰ ਨੇ ਜਿਹੜੇ, ਜਿਨ੍ਹਾਂ ਨੂੰ ਭਾਰਤ ਸਰਕਾਰ ਹੁਣ ਆਫੀਸ਼ੀਅਲੀ ਬਹਾਦਰ, ਸ਼ਹੀਦ ਤੇ ਦੇਸ਼ ਦੇ ਫਰੀडम ਫਾਈਟਰਸ ਮੰਨ ਚੁੱਕੀ ਆ। ਸੋ ਭਾਰਤ ਸਰਕਾਰ ਦੀ ਆਫੀਸ਼ੀਅਲ ਵੈਬਸਾਈਟ ਤੋਂ ਇਹ ਡਾਟਾ ਚੱਕਿਆ ਗਿਆ ਸਾਰਾ। ਨੈਕਸਟ ਆ ਜਾਓ। ਸੋ ਸਹੀ ਆਪਸ਼ਨ ਕਿਹੜੀ ਹੋ ਗਈ? ਬੀ, 2 ਤੇ 3, ਪਹਿਲੀ ਗਲਤ ਹੋ ਗਈ। ਯੁਗਾਂਤਰ ਆਸ਼ਰਮ। ਜੇ ਤੁਹਾਡੇ ਚੋਂ ਕੋਈ ਕਵੇ ਕਿ ਸਰ ਮੈਂ ਗਦਰ ਮੂਵਮੈਂਟ ਪੜ੍ਹੀ ਹੋਈ ਆ, ਗਦਰ ਲਹਿਰ ਬਾਰੇ ਜਾਣਦਾ, ਤਾਂ ਗਦਰ ਵਾਲਿਆਂ ਦਾ ਗਦਰ ਅਖਬਾਰ ਯੁਗਾਂਤਰ ਆਸ਼ਰਮ, ਜੋ ਕਿ ਸੈਨ ਫਰਾਂਸਿਸਕੋ ਕੈਲੀਫੋਰਨੀਆ ਸੀ, ਉੱਥੇ ਹੀ ਛਪਦਾ ਸੀ। ਉਹਨਾਂ ਦਾ ਜਿਹੜਾ ਹੈੱਡਕੁਆਟਰ ਸੀ, ਉਹਦਾ ਬੜਾ ਚਿਰ ਨਾਮ ਯੁਗਾਂਤਰ ਆਸ਼ਰਮ ਰਿਹਾ ਏ। ਸੋ ਇਸ ਦਾ ਸੰਬੰਧ ਗਦਰ ਮੂਵਮੈਂਟ ਨਾਲ ਆ। ਯੁਗਾਂਤਰ ਆਸ਼ਰਮ ਸੈਨ ਫਰਾਂਸਿਸਕੋ 'ਚ ਬਿਲਡਿੰਗ ਸੀ, ਜਿੱਥੇ ਜਿਹੜੀ ਕਿ ਗਦਰ ਪਾਰਟੀ ਦਾ 13 ਤੋਂ ਲੈ ਕੇ 17 ਤੱਕ ਹੈੱਡਕੁਆਟਰ ਰਿਹਾ, ਜਿਹਨੂੰ ਬਾਅਦ 'ਚ ਭਾਰਤ ਸਰਕਾਰ ਨੇ ਰਿਪੇਅਰ ਦਾ ਕੰਮ ਕਰਾ ਕੇ ਉਹਨੂੰ ਫਿਰ ਹਿਸਟੋਰੀਕਲ ਬਿਲਡਿੰਗ ਦੇ ਤੌਰ 'ਤੇ ਡਿਕਲੇਅਰ ਕਰਾਇਆ, ਤੇ ਉੱਥੇ ਗਦਰ ਮੈਮੋਰੀਅਲ ਵੀ ਐਸਟੈਬਲਿਸ਼ ਕਰਵਾਇਆ ਸੀਗਾ 1975 ਦੇ ਵਿੱਚ। ਖੈਰ, ਅਗਲਾ ਸਵਾਲ ਆ ਗਿਆ, ਆਜ਼ਾਦੀ ਤੋਂ ਬਾਅਦ ਦੇ ਘਟਨਾਕ੍ਰਮਾਂ ਨੂੰ ਸਮਝੋ। ਪੰਜਾਬ 'ਚ ਪਹਿਲੀ ਵਾਰੀ ਰਾਸ਼ਟਰਪਤੀ ਸ਼ਾਸਨ ਲਾਗੂ ਹੋਣਾ, ਗਿਆਨੀ ਕਰਤਾਰ ਸਿੰਘ ਤੇ ਭੀਮ ਸਚਰ ਦੇ ਵਿੱਚ ਗਿਆਨੀ ਸਚਰ ਫਾਰਮੂਲਾ ਲੱਗਣਾ, ਤੇ ਪੰਜਾਬ ਦਾ ਦੂਜੇ ਮੁੱਖ ਮੰਤਰੀ ਦੀ ਚੋਣ ਹੋਣਾ। ਤੁਹਾਨੂੰ ਪਤਾ ਸਭ ਤੋਂ ਪਹਿਲਾਂ ਗੋਪੀ ਚੰਦ ਨੂੰ ਹਟਾ ਕੇ ਅਪ੍ਰੈਲ 1949 ਦੇ ਵਿੱਚ, ਅਪ੍ਰੈਲ ਦੇ ਮਹੀਨੇ ਦੇ ਵਿੱਚ ਮੁੱਖ ਮੰਤਰੀ ਲਾਇਆ ਗਿਆ। ਫਿਰ ਭੀਮ ਸਚਰ ਸੇਨ ਤੇ ਗਿਆਨੀ ਕਰਤਾਰ ਸਿੰਘ ਨੇ ਫਾਰਮੂਲਾ ਸਟੈਬਲਿਸ਼ ਕੀਤਾ, ਆਈ ਥਿੰਕ ਅਕਤੂਬਰ 1949 'ਚ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਹਟਾ ਦਿੱਤਾ ਗਿਆ। ਫਿਰ ਗੋਪੀ ਚੰਦ ਭਾਰਗਵ ਆਏ, ਉਹਨਾਂ ਨੂੰ ਫਿਰ ਹਟਾ ਕੇ ਪੰਜਾਬ 'ਚ 1951 ਦੀ ਜੁਲਾਈ ਦੇ ਵਿੱਚ ਜਾਂ ਜੂਨ 'ਚ ਪ੍ਰੈਜ਼ੀਡੈਂਟ ਰੂਲ ਲਾ ਦਿੱਤਾ ਗਿਆ। ਦੱਸੋ ਜੀ ਕਿਹੜੀਆਂ ਘਟਨਾਕ੍ਰਮ ਕਦੋਂ ਹੋਏ? ਸੋ ਸਭ ਤੋਂ ਪਹਿਲਾਂ ਦੂਜਾ ਮੁੱਖ ਮੰਤਰੀ, ਫਿਰ ਉਸ ਤੋਂ ਬਾਅਦ ਗਿਆਨੀ ਸਚਰ ਫਾਰਮੂਲਾ, ਤੇ ਫਿਰ ਹੁਣ ਕਹੋਗੇ ਸਰ ਪੰਜਾਬ ਦੀ ਮੈਰਾਥਨ 'ਚ ਪੂਰੀ ਡਿਟੇਲ 'ਚ ਕਵਰ ਕਰਿਆ ਹੋਇਆ। ਮਤਲਬ ਮੈਂ ਪੂਰੀ ਮੈਰਾਥਨ ਜਦੋਂ ਪੜ੍ਹਾਈ ਆ, ਉਹਦੇ 'ਚ ਆਜ਼ਾਦੀ ਤੋਂ ਬਾਅਦ ਤੇ ਪੰਜਾਬ 'ਚ ਮੈਂ ਪੂਰਾ ਡਿਟੇਲ 'ਚ ਕਵਰ ਕਰੀ ਹੋਈ ਆ ਸਾਰੀ ਸਟੋਰੀ। ਉਮੀਦ ਕਰਦਾ ਕਿ ਆਹ ਸਵਾਲ ਸਮਝ ਆ ਗਿਆ ਹੋਊਗਾ। ਕੀ ਆ ਜੀ? 3 2 1, ਆ ਚੱਕੋ ਜੀ 3 2 1, ਆ ਜਾਓ ਅੱਗੇ। ਸਵਾਲ ਕੀ ਆ ਜੀ? ਪੰਜਾਬ ਲੈਂਡ ਅਲਾਈਨੇਸ਼ਨ ਐਕਟ। ਇਹ ਉਹ ਕਾਨੂੰਨ ਸੀ ਜਿਹਦੇ ਤਹਿਤ ਪੰਜਾਬ ਦੇ ਲੋਕਾਂ ਦੀ ਜ਼ਮੀਨ ਪੰਜਾਬੀ ਗੈਰ ਖੇਤੀਬਾੜੀ ਲੋਕਾਂ ਨੂੰ ਨਹੀਂ ਸੀ ਦੇ ਸਕਦੇ। ਕਹਿੰਦੇ ਇਹਦੇ ਜਵਾਬ ਦੇ ਵਿੱਚ ਅੰਜੁਮਨ-ਏ ਪੰਜਾਬ ਨਾਮ ਦੀ ਇੱਕ ਸੁਸਾਇਟੀ ਸੰਸਥਾ ਬਣਦੀ ਹੈ, ਪੋਲੀਟੀਕਲ ਪਾਰਟੀ ਨਹੀਂ। ਇਹਦੇ ਤੋਂ ਅੱਕ ਕੇ ਪੰਜਾਬ 'ਚ ਇੱਕ ਯੂਨੀਅਨਿਸਟ ਪਾਰਟੀ ਬਣਦੀ ਹੈ, ਜਿਹੜੀ ਕਿ ਅੱਗੇ ਪੰਜਾਬ 'ਚ ਕਈ ਸਾਲ ਰਾਜ ਕਰਦੀ ਹੈ। ਸਿਕੰਦਰ ਹਯਤ ਖਾਨ, ਖਿਜਰ ਖਾਨ ਟਵਾਣਾ। ਇੰਡੀਅਨ ਨੈਸ਼ਨਲ ਕਾਂਗਰਸ ਨੇ ਵੀ ਜਦੋਂ ਇਹ ਐਕਟ ਬਣਿਆ ਤੇ ਆਪਣੇ ਲਖਨਊ ਵਾਲੇ ਸੈਸ਼ਨ 'ਚ ਇਸ ਦਾ ਵਿਰੋਧ ਕੀਤਾ, ਨਾ ਕਿ ਉਹ ਸੈਸ਼ਨ ਅੰਮ੍ਰਿਤਸਰ ਹੋਇਆ ਸੀ, ਗਲਤ ਹੋ ਗਿਆ। ਉਸ ਟਾਈਮ ਚਾਰਲਸ ਮੈਂਟਗਰੀ ਰਿਵਾਜ ਪੰਜਾਬ ਦੇ ਲੈਫਟੀਨੈਂਟ ਗਵਰਨਰ ਸੀ, ਗਲਤ। ਉਸ ਟਾਈਮ ਚਾਰਲਸ ਰਿਵਾਜ ਪੰਜਾਬ ਦੇ ਲੈਫਟੀਨੈਂਟ ਗਵਰਨਰ ਨਹੀਂ ਸੀ। ਉਹਨਾਂ ਨੇ ਇਹ ਐਕਟ ਬਣਾਇਆ ਜ਼ਰੂਰ ਸੀ ਕਿਉਂਕਿ ਉਸ ਟਾਈਮ ਇੱਕ ਜੂਨੀਅਰ ਆਫੀਸਰ ਸੀ। 1899 'ਚ ਜਦੋਂ ਇਹ ਐਕਟ ਲਾਗੂ ਹੋਇਆ, ਉਸ ਟਾਈਮ ਪੰਜਾਬ ਦੇ ਗਵਰਨਰ ਸੀ ਸਰ ਵਿਲੀਅਮ ਯੰਗ।
ਇਹ ਉਸ ਤੋਂ ਬਾਅਦ ਪੰਜਾਬ ਦੇ ਗਵਰਨਰ ਬਣੇ ਆ। ਸੋ ਇਹਨਾਂ ਨੇ ਐਕਟ ਬਣਾਉਣ 'ਚ ਰੋਲ ਜ਼ਰੂਰ ਅਦਾ ਕੀਤਾ ਹੈ। ਹੀ ਵਾਜ਼ ਰਿਸਪੌਂਸੀਬਲ ਫॉर ਮੇਕਿੰਗ ਦਿਸ ਪੰਜਾਬ ਲੈਂਡ ਅਲਾਈਨੇਸ਼ਨ ਐਕਟ। ਇਹ ਪੰਜਾਬ ਲੈਂਡ ਅਨਾਈਜੇਸ਼ਨ ਅਧੀਨੀਅਮ 1990 ਬਣਾਉਣ ਦੀ ਜ਼ਿੰਮੇਵਾਰ ਸੀ, ਬਟ ਹੀ ਵਾਜ਼ ਨਾਟ ਲੈਫਟੀਨੈਂਟ ਗਵਰਨਰ ਐਟ ਦੈਟ ਟਾਈਮ। ਇਹ ਉਸ ਵੇਲੇ ਪੰਜਾਬ ਦਾ ਲੈਫਟੀਨੈਂਟ ਗਵਰਨਰ ਨਹੀਂ ਸੀ। ਸਰ ਵਿਲੀਅਮ ਯੰਗ ਉਸ ਵੇਲੇ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ। ਖੈਰ ਸਹੀ ਕਿਹੜੀ ਹੋਈ ਸਟੇਟਮੈਂਟ? ਪਹਿਲਾ ਗਲਤ, ਦੂਜਾ ਗਲਤ, ਤੀਸਰਾ ਗਲਤ। ਨਨ ਆਫ ਦੀ ਸਟੇਟਮੈਂਟ ਇਜ਼ ਕਰੈਕਟ। ਆ ਚੱਕੋ ਜੀ 19ਵਾਂ ਸਵਾਲ ਵੀ ਕਵਰ। 18ਵੇਂ ਤੇ ਆ ਜਾਓ। ਚੀਫ ਖਾਲਸਾ ਦੀਵਾਨ 1902 ਤੋਂ ਲੈ ਕੇ ਜਾਂ 1901 ਤੋਂ ਲੈ ਕੇ 1916-17 ਤੱਕ ਪੰਜਾਬ ਦੇ ਵਿੱਚ ਇੱਕ ਸੰਸਥਾ ਜਿਹਨੇ ਕਈ ਬਹੁਤ ਕੰਮ ਕੀਤਾ। ਕਹਿੰਦੇ ਚੀਫ ਖਾਲਸਾ ਦੀਵਾਨ ਦਾ ਜਿਹੜਾ ਪਹਿਲਾ ਸੈਸ਼ਨ ਸੀਗਾ ਉਹ 30 ਅਕਤੂਬਰ 1902 ਨੂੰ ਅੰਮ੍ਰਿਤਸਰ ਵਿੱਚ ਹੋਇਆ। ਬਿਲਕੁਲ ਸਹੀ ਗੱਲ ਆ, 30 ਅਕਤੂਬਰ 1902। ਸੁੰਦਰ ਸਿੰਘ ਜੀਠੀਆ ਪ੍ਰਧਾਨ ਅਤੇ ਭਾਈ ਅਰਜਨ ਸਿੰਘ ਪਹਿਲੇ ਸਕੱਤਰ ਬਣੇ। ਗਲਤ। ਸੁੰਦਰ ਸਿੰਘ ਮਜੀਠੀਆ ਪਹਿਲੇ ਸਕੱਤਰ ਤੇ ਭਾਈ ਅਰਜਨ ਸਿੰਘ ਪਹਿਲੇ ਪ੍ਰਧਾਨ ਸੀਗੇ। ਇਹ ਗਲਤੀ ਹੋ ਗਈ ਇੱਥੇ। ਸੋ ਓਨਲੀ 1 ਇਜ਼ ਦੀ ਕਰੈਕਟ ਸਟੇਟਮੈਂਟ। ਸੋ ਆਨਸਰ ਇਜ਼ ਏ। ਸੋ ਚੀਫ ਖਾਲਸਾ ਦੀਵਾਨ ਇੱਕ ਅਜਿਹੀ ਸੰਸਥਾ ਸੀ, ਉਸ ਤੋਂ ਪਹਿਲਾਂ 1883 'ਚ ਖਾਲਸਾ ਦੀਵਾਨ ਬਣਿਆ ਸੀ। ਦੋ ਸਿੰਘ ਸਭਾ ਲਹਿਰਾਂ ਜਿਹੜੀਆਂ 73 ਤੇ 79 'ਚ ਬਣਦੀਆਂ, ਉਹਨਾਂ ਨੂੰ ਸਮਝਾਉਣ ਲਈ ਫਿਰ ਉਸ ਖਾਲਸਾ ਦੀਵਾਨ ਨੇ ਬਹੁਤ ਕੰਮ ਕੀਤਾ। ਹੌਲੀ ਹੌਲੀ ਉਹ ਇਰੈਲੀਵੈਂਟ ਹੋ ਗਿਆ। ਫਿਰ 1902 'ਚ ਚੀਫ ਖਾਲਸਾ ਦੀਵਾਨ ਬਣਿਆ। ਉਹਨੇ ਫਿਰ ਆਨੰਦ ਕਾਰਜ ਐਕਟ ਵਗੈਰਾ ਪਾਸ ਕਰਾਏ। ਫਿਰ ਉਸ ਤੋਂ ਬਾਅਦ ਸਿੱਖਾਂ 'ਚ ਇੱਕ ਹੋਰ ਅੰਗਰੇਜ਼ਾਂ ਨੇ ਵੀ ਸਿੱਖਾਂ ਦੇ ਵਿੱਚ ਆਪਣੇ ਬੰਦੇ ਰਲਾ ਕੇ ਸੈਂਟਰਲ ਸਿੱਖ ਲੀਗ ਬਣਵਾਈ 1919 'ਚ। ਉਸ ਤੋਂ ਬਾਅਦ ਫਿਰ ਅਕਾਲੀ ਦਲ ਆਇਆ ਅਤੇ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ। ਇਹ ਸਾਰੀ ਸਟੋਰੀ ਤੁਸੀਂ ਪੜ੍ਹੀ ਹੋਈ ਆ ਅਤੇ ਮੈਂ ਸਮਝਦਾ ਜਾਣਦੇ ਵੀ ਹੋ। ਸੋ ਇਹਦਾ ਆਨਸਰ ਆ ਗਿਆ ਜੀ ਏ। ਨੈਕਸਟ ਅੱਗੇ ਆ ਜਾਓ ਜੀ ਅਗਲੇ ਸਵਾਲ 'ਤੇ। ਸਵਾਲ ਇਹ ਆ ਕਿ ਕੂਕਾਜ਼ ਜਿਹੜੇ ਸੀ, ਕੂਕਾ ਲਹਿਰ ਵਾਲੇ, ਉਹਨਾਂ ਦੀਆਂ ਅਖਬਾਰਾਂ ਬਾਰੇ ਦੱਸੋ ਕੀ ਆ ਉਹਨਾਂ ਦੇ ਰਸਾਲੇ। ਨਵਾਂ ਹਿੰਦੁਸਤਾਨ, ਸੱਚਾ ਮਾਰਗ ਤੇ ਸਤਯੁਗ, ਇਹ 3 ਉਹਨਾਂ ਦੇ ਰਸਾਲੇ ਸੀਗੇ ਬੜੇ ਮਸ਼ਹੂਰ। ਕੂਕਾ ਲਹਿਰ ਬੇਸਿਕਲੀ 12 ਅਪ੍ਰੈਲ 1857 ਤੋਂ ਮਸ਼ਹੂਰ ਹੁੰਦੀ ਹੈ, ਜਦੋਂ ਬਾਬਾ ਰਾਮ ਸਿੰਘ ਇਹਨੂੰ ਸ਼ੁਰੂ ਕਰਦੇ ਆ ਭੈਣੀ ਤੋਂ। ਉਸ ਤੋਂ ਪਹਿਲਾਂ ਜਵਾਹਰ ਮਲ ਤੇ ਬਾਬਾ ਬਾਲਕ ਸਿੰਘ ਰਾਵਲਪਿੰਡੀ ਤੋਂ ਨਾਮਧਾਰੀ ਮੂਵਮੈਂਟ ਜਿਹੜੀ ਆ ਉਹ ਕਰ ਚੁੱਕੇ ਹੁੰਦੇ ਆ। ਫਿਰ ਇਹ ਮੂਵਮੈਂਟ ਜਿਹੜੀ ਆ ਅਸਹਿਯੋਗ ਅੰਦੋਲਨ ਵੱਲ ਵੱਧਦੀ ਆ। ਇਹਨਾਂ ਦਾ ਆਪਣਾ ਹੀ ਅਸਹਿਯੋਗ ਅੰਦੋਲਨ ਸੀ, ਗਾਂਧੀ ਜੀ ਵਾਲਾ ਨਹੀਂ। ਫਿਰ ਇਹਨਾਂ 'ਚ ਤੇ ਅੰਗਰੇਜ਼ਾਂ 'ਚ ਫ੍ਰਿਕਸ਼ਨ ਪੈਦਾ ਹੁੰਦੀ ਆ। 1871-72 ਤੱਕ ਜਾਂਦੇ ਜਾਂਦੇ ਅੰਗਰੇਜ਼ ਇਹਨਾਂ ਨਾਲ ਇੰਨੇ ਦੁਸ਼ਮਣ ਬਣ ਜਾਂਦੇ ਆ ਕਿ 66 ਕੂਕਿਆਂ ਨੂੰ ਤੋਪਾਂ ਸਾਹਮਣੇ ਬੰਨ੍ਹ ਕੇ ਉਡਾ ਦਿੱਤਾ ਜਾਂਦਾ ਹੈ। ਬਾਬਾ ਰਾਮ ਸਿੰਘ ਨੂੰ ਐਗਜ਼ਾਈਲ 'ਚ ਕਲਕੱਤੇ ਤੇ ਕਲਕੱਤੇੋਂ ਰੰਗੂਨ ਭੇਜ ਦਿੱਤਾ ਜਾਂਦਾ ਹੈ। ਪਰ ਉਸ ਤੋਂ ਬਾਅਦ ਵੀ ਉਹਨਾਂ ਦੇ ਜਿਹੜੇ ਫੋਲੋਵਰ ਹੁੰਦੇ ਆ, ਲੈਫਟੀਨੈਂਟ ਹੁੰਦੇ ਬਿਸ਼ਨ ਸਿੰਘ, ਉਹ ਚੋਰੀ ਛੁਪੇ ਰੂਸ ਮਾਸਕੋ ਜਾ ਕੇ ਉੱਥੋਂ ਦੇ ਰਾਜੇ ਨਾਲ ਗੱਲਬਾਤ ਕਰਦੇ ਆ। ਪਲੱਸ ਰਣਜੀਤ ਸਿੰਘ ਦਾ ਬੇਟਾ ਦਲੀਪ ਸਿੰਘ ਜਿਹੜਾ ਪੰਜਾਬ ਆਉਣਾ ਚਾਹੁੰਦਾ, ਉਹਦੇ ਨਾਲ ਮਿਲ ਕੇ ਇੱਕ ਬਗਾਵਤ ਦੀ ਪਲੈਨਿੰਗ ਕਰਦੇ ਆ, ਬਟ ਅਸਫਲ ਰਹਿੰਦੇ ਆ। ਖੈਰ ਆ ਜਾਓ ਅਗਲੇ ਚੈਪਟਰ 'ਤੇ ਚੱਲਦੇ ਆ। ਠੀਕ ਆ, ਸੌਰੀ ਅਗਲੇ ਕੁਐਸਚਨ 'ਤੇ ਚੱਲਦੇ ਆ। ਜਿਹੜਾ ਰੈੱਡ ਕਲਿਫ ਕਮਿਸ਼ਨ ਬਣਿਆ ਸੀਗਾ, ਰੈੱਡ ਕਲਿਫ ਕਮਿਸ਼ਨ ਬਣਿਆ ਸੀ ਜਿਹੜਾ ਪਾਰਟੀਸ਼ਨ 'ਤੇ, ਠੀਕ ਆ, ਉਹਦੇ 'ਚ ਕਿਹੜੇ ਕਿਹੜੇ ਮੈਂਬਰ ਸੀਗੇ? ਜਸਟਿਸ ਦੀਨ ਮੁਹੰਮਦ ਉਹਦੇ ਮੈਂਬਰ ਸੀ, ਜਸਟਿਸ ਮੇਹਰ ਚੰਦ ਉਹਦੇ ਮੈਂਬਰ ਸੀ, ਜਸਟਿਸ ਤੇਜਾ ਸਿੰਘ ਉਹਦੇ ਮੈਂਬਰ ਸੀ, ਅਤੇ ਜਸਟਿਸ ਮੁਹੰਮਦ ਮੁਨੀਰ ਉਹਦੇ ਮੈਂਬਰ ਸੀ। 2 ਮੁਸਲਿਮ ਲੀਗ ਵੱਲੋਂ, 2 ਇੱਧਰੋਂ ਪੰਜਾਬ ਵੱਲੋਂ ਸਿੱਖਾਂ ਦੇ ਨੁਮਾਇੰਦੇ। ਸੋ 1 2 4 ਤੇ 5 ਆ ਲਓ ਜੀ, ਸੀ ਆਪਸ਼ਨ। ਸੋ ਰੈੱਡ ਕਲਿਫ ਕਮਿਸ਼ਨ ਇੱਕ ਪਾਰਟੀਸ਼ਨ ਕਮਿਸ਼ਨ ਸੀ, ਵੰਡ ਆਯੋਗ ਸੀ, ਜਿਹਨੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵੰਡ ਤੋਂ ਬਾਅਦ ਪੰਜਾਬ ਦੀ ਹਿੱਸੇਦਾਰੀ ਤੈਅ ਕਰਨੀ ਸੀ ਕਿ ਪੰਜਾਬ ਕਿੰਨਾ ਕਿੱਧਰ ਜਾਊਗਾ ਅਤੇ ਕਿੰਨਾ ਕਿੱਧਰ ਜਾਊਗਾ। ਨੈਕਸਟ ਅੱਗੇ ਆ ਜਾਓ ਜੀ ਅਗਲੇ ਸਵਾਲ 'ਤੇ। ਸਵਾਲ ਬਹੁਤ ਇੰਪੋਰਟੈਂਟ ਆ, ਹਰ ਇੱਕ ਸਟੇਟਮੈਂਟ ਆਪਣੇ ਆਪ 'ਚ ਇੱਕ ਸਵਾਲ ਆ। ਇਕੱਲੇ ਇਹੀ ਨਹੀਂ, ਇਸ ਤੋਂ ਪਹਿਲਾਂ ਮੈਂ ਟੈਸਟ ਸੀਰੀਜ਼ ਦੇ ਸੰਡੇ ਟੈਸਟ ਸੀਰੀਜ਼ ਦਾ ਜੋਗਰਾਫੀ ਦਾ, ਉਸ ਤੋਂ ਪਹਿਲਾਂ ਪੋਲਿਟੀ, ਮਾਡਰਨ ਹਿਸਟਰੀ ਦੇ ਟੈਸਟ ਡਿਸਕਸ ਕਰ ਚੁੱਕੇ ਹਾਂ ਅਸੀਂ। ਇਸ ਤੋਂ ਬਾਅਦ ਸਾਇੰਸ ਦਾ ਵੀ ਕਰਾਂਗੇ। ਜੇ ਕੋਈ ਡੀਪ ਸਟੱਡੀ ਕਰਨਾ ਚਾਹੁੰਦਾ ਤਾਂ ਬਿਲਕੁਲ ਓਬਵੀਅਸ ਜੀ ਗੱਲ, ਉਹ ਸਾਡੇ ਨਾਲ ਜੁੜ ਸਕਦਾ ਹੈ। ਪਰ ਡੈਪਥ ਦੇ ਵਿੱਚ ਸਟੱਡੀ ਕਰਨੀ ਹੋਵੇ ਜੇ, ਠੀਕ ਆ, ਤਾਂ ਫਿਰ ਤੁਹਾਨੂੰ ਮੈਂ ਨਹੀਂ ਕਹਿੰਦਾ ਕਿ ਬਾਕੀ ਇੰਸਟੀਟਿਊਟ ਮਾੜੇ ਆ। ਤੁਸੀਂ ਸਾਡੇ ਕੰਟੈਂਟ ਨੂੰ ਚੈੱਕ ਕਰੋ, ਕੰਪੇਅਰ ਕਰੋ, ਫਿਰ ਹੀ ਸਾਡੇ 'ਤੇ ਯਕੀਨ ਕਰੋ। ਆ ਜਾਓ ਜੀ ਆਪਾਂ ਅੱਗੇ ਚੱਲਦੇ ਹਾਂ। ਤਮਸਨਾਮਾ ਸਿੱਖਾਂ ਦੀ ਲੜਾਈ 'ਤੇ ਇੱਕ ਅਜਿਹਾ ਹਿਸਟੋਰੀਕਲ ਕਿਤਾਬ ਆ ਜਿਹੜੀ ਕਿ 18ਵੀਂ ਸੈਂਚਰੀ ਦੀਆਂ ਲੜਾਈਆਂ ਬਾਰੇ ਦੱਸਦੀ ਆ, ਅਤੇ ਮਸਕੀਨ ਦੁਆਰਾ ਲਿਖੀ ਗਈ ਆ। ਬਿਲਕੁਲ ਸਹੀ ਆ। ਇਹ ਤਕਰੀਬਨ 1750-60 ਦਾ ਜ਼ਿਕਰ ਕਰਦੀ ਆ, ਨਾਦਰ ਸ਼ਾਹ ਦੇ ਹਮਲਿਆਂ ਤੋਂ ਬਾਅਦ ਦੇ ਹਮਲਿਆਂ ਦਾ। ਵਾਕਈ ਇਹ ਜੰਗਾਂ ਇਹ ਸਿੱਖਾਂ, ਇਹ ਇੱਕ ਫਾਰਸੀ ਭਾਸ਼ਾ ਦੇ ਵਿੱਚ ਲੜਾਈ ਆ ਜੋ ਮਿਸਲਾਂ ਦੀ ਲੜਾਈ ਬਾਰੇ ਦੱਸਦੀ ਆ। ਠੀਕ ਆ, ਅਜੁਦੀਆ ਦੀਵਾਨ ਅਜੁਦੀਆ ਜੀ ਨੇ ਲਿਖੀ ਹੋਈ ਹੈ। ਠੀਕ ਆ,
ਸੋ ਇਹ ਰਣਜੀਤ ਸਿੰਘ ਦੇ ਇੱਕ ਦੀਵਾਨ ਦੇ ਬੇਟੇ ਸੀ ਜਿਨ੍ਹਾਂ ਦੇ ਐਕਸਪਾਇਰ ਹੋਣ ਤੋਂ ਬਾਅਦ ਇਹਨਾਂ ਨੂੰ ਦੀਵਾਨ ਅਯੁੱਧਿਆ ਜੀ ਨੂੰ ਮਤਲਬ ਕਿ ਦੀਵਾਨੀ ਮਿਲੀ। ਇਹਨਾਂ ਨੇ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਫਸਟ ਐਂਗਲੋ ਸਿੱਖ ਵਾਰ ਦਾ ਜ਼ਿਕਰ ਬਹੁਤ ਵਧੀਆ ਕੀਤਾ ਹੈ, ਪਰ ਵਾਕਈ ਇਹ ਜੰਗਾਂ ਇਹ ਸਿੱਖਾਂ ਕਿਸੇ ਵੀ ਤਰੀਕੇ ਨਾਲ ਮਿਸਲਾਂ ਦੀਆਂ ਲੜਾਈਆਂ ਦਾ ਕੋਈ ਕਿੱਸਾ ਨਹੀਂ ਸੁਣਾਉਂਦੀ। ਯੰਗਨਾਮਾ ਨਾਦਰ ਸ਼ਾਹ ਦੇ, ਦੇਖੋ ਦੋ ਹੀ ਜੰਗਨਾਮੇ ਆ, ਇੱਕ ਨੂਰ ਮੁਹੰਮਦ ਦਾ ਜਿਹੜਾ ਅਬਦਾਲੀ ਦੇ ਹਮਲਿਆਂ ਬਾਰੇ ਦੱਸਦਾ ਹੈ, ਇੱਕ ਸ਼ਾਹ ਮੁਹੰਮਦ ਦਾ ਜਿਹੜਾ ਫਸਟ ਤੇ ਸੈਕਿੰਡ ਐਂਗਲੋ ਸਿੱਖ ਵਾਰ ਬਾਰੇ ਦੱਸਦਾ ਹੈ। ਨਾਦਰ ਸ਼ਾਹ ਦੇ ਹਮਲਿਆਂ ਬਾਰੇ ਕੋਈ ਨਹੀਂ ਦੱਸਦਾ। ਫੌਜ ਇਹ ਖਾਸ ਰਣਜੀਤ ਸਿੰਘ ਤੇ ਉਹਦੇ ਫ੍ਰੈਂਚ ਆਫੀਸਰ ਜੌਨ ਲੈਫੌਂਟ ਦੀ ਲਿਖੀ ਕਿਤਾਬ ਆ ਜਿਹੜੀ ਇਹ ਦੱਸਦੀ ਆ ਕਿ ਰਣਜੀਤ ਸਿੰਘ ਦੀ ਸੈਨਾ 'ਚ ਕਿਹੜੇ ਕਿਹੜੇ ਵਿਦੇਸ਼ੀ ਸੀ। ਬਿਲਕੁਲ ਸਹੀ ਗੱਲ ਆ। ਸੋ ਇਹਨਾਂ ਕਿਤਾਬਾਂ ਬਾਰੇ ਆਪਾਂ ਪੜ੍ਹਿਆ ਏ। ਸਹੀ ਕਿ ਗਲਤ? ਨੋਟ ਕਰੈਕਟ, 2 ਐਂਡ 3 ਆ ਲਓ ਜੀ, ਆਨਸਰ ਆ ਗਿਆ ਸੀ, ਨੋਟ ਕਰੈਕਟ। ਤਮਸਨਾਮਾ ਵਾਕਈ ਇਹ ਸਿੱਖਾਂ ਦੀਵਾਨ ਅਯੁੱਧਿਆ ਜੀ ਭਾਵ ਦੀਵਾਨ ਅਯੁੱਧਿਆ ਪ੍ਰਸ਼ਾਦ ਦੀ ਲਿਖੀ ਕਿਤਾਬ ਆ। ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਇਹ ਕਿਤਾਬ ਜਿਹੜੀ ਆ ਇਹ ਮਤਲਬ ਕਿ ਐਂਗਲੋ ਸਿੱਖ ਵਾਰਾਂ ਬਾਰੇ ਦੱਸਦੀ ਹੈ। ਜੰਗਨਾਮਾ 2 ਦੱਸਦੇ, ਨੂਰ ਮੁਹੰਮਦ ਦਾ ਜੰਗਨਾਮਾ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਤੇ ਸ਼ਾਹ ਮੁਹੰਮਦ ਦਾ ਜੰਗਨਾਮਾ ਐਂਗਲੋ ਸਿੱਖ ਲੜਾਈਆਂ ਬਾਰੇ ਦੱਸਦਾ ਹੈ। ਫੌਜ ਇਹ ਖਾਸ ਰਣਜੀਤ ਸਿੰਘ ਬਾਰੇ ਪਤਾ ਲੱਗਦਾ ਹੈ ਕਿ ਉਹਦੀ ਫੌਜ 'ਚ ਇੱਕ ਜਰਨਲ ਫਰੈਂਕਿਸ ਅਲਾਰਡ ਸੀ, ਘੋੜਸਵਾਰੀ 'ਚ ਫ੍ਰੈਂਚ, ਪਾਲੋ ਸੀਗਾ ਇਨਫੈਂਟਰੀ ਦੇ ਵਿੱਚ ਇਟਾਲੀਅਨ, ਜੈਨ ਪੈਪਿਸਟਾ ਸੀਗਾ ਇਨਫੈਂਟਰੀ ਦੇ ਵਿੱਚ ਉਹ ਵੀ ਇਟਾਲੀਅਨ ਸੀ, ਜਰਨਲ ਅਗਸਤ ਕੋਟ ਸੀ ਆਰਟਲਰੀ 'ਚ ਫ੍ਰੈਂਚ, ਕਰਨਲ ਅਲੈਗਜ਼ੈਂਡਰ ਸੀ ਆਰਟਲਰੀ 'ਚ ਇੱਕ ਅਮਰੀਕਨ, ਤੇ ਕਰਨਲ ਜੌਨ ਹੋਮਸ ਸੀਗਾ ਐਂਗਲੋ ਇੰਡੀਅਨ। ਕਿੰਨੇ ਜਾਣਿਆਂ ਬਾਰੇ ਪਤਾ? ਜੇ ਤੁਹਾਨੂੰ 1-2 ਬਾਰੇ ਪਤਾ ਹੋਊਗਾ, 2 ਬਾਰੇ 3 ਬਾਰੇ ਵੱਧ ਹੀ ਪਤਾ ਲੱਗਿਆ। ਖੈਰ ਆ ਜਾਓ ਅੱਗੇ ਚੱਲਦੇ ਆਪਾਂ। ਸੋ ਡਿਟੇਲ ਵਾਸਤੇ ਤੁਸੀਂ ਮੈਰਾਥਨਸ ਜਾਂ ਫੁੱਲ ਕੋਰਸ ਵੱਲ ਸਵਿਚ ਕਰ ਸਕਦੇ ਹੋ। ਸਵਾਲ ਇਹ ਹੈ ਜੀ ਅਗਲਾ, ਕਹਿੰਦਾ ਜੀ ਲੈਂਡ ਰੈਵਨਿਊ ਸਿਸਟਮ ਜੋ ਰਣਜੀਤ ਸਿੰਘ ਦੇ ਵੇਲੇ ਸੀ ਉਹਦੇ ਤੇ ਨਿਗਾਹ ਮਾਰੋ ਤੇ ਸਵਾਲਾਂ ਦੇ ਜਵਾਬ ਦਿਓ। ਬਤਈ ਸਿਸਟਮ ਨੇ ਰਿਪਲੇਸ ਕਰਤਾ ਸੀ ਰਣਜੀਤ ਸਿੰਘ ਵੇਲੇ ਕਨਕੂਤ ਸਿਸਟਮ ਨੂੰ 1824 'ਚ। ਗਲਤ। ਕਨਕੂਤ ਸਿਸਟਮ ਦੀ ਜਗ੍ਹਾ ਤੇ ਕਨਕੂਤ ਸਿਸਟਮ ਆਇਆ ਸੀ ਬਤਈ ਸਿਸਟਮ ਦੀ ਜਗ੍ਹਾ ਤੇ। ਬਤਈ ਸਿਸਟਮ ਦੇ ਵਿੱਚ ਕਹਿੰਦਾ ਹੈ ਕਿਸਾਨ ਜਿਹੜਾ ਹੈ ਉਹ ਲੋਕਲ ਜੋ ਉਸ ਟਾਈਮ ਉੱਥੋਂ ਦਾ ਲੋਕਲ ਪ੍ਰੋਡਿਊਸ ਦੇ ਉੱਕਾ ਫੁੱਕੇ ਦੇ ਹਿਸਾਬ ਨਾਲ ਪੇ ਕਰਦਾ ਹੈ। ਗਲਤ। ਇਹ ਜ਼ਬਤੀ ਸਿਸਟਮ 'ਚ ਹੁੰਦਾ ਹੈ। ਕਨਕੂਤ ਸਿਸਟਮ ਦੇ ਵਿੱਚ ਜਿਹੜੀ ਇੰਡੀਗੋ ਵਗੈਰਾ ਹੈ ਇਹ ਇਹਨਾਂ ਦੀ ਡਿਮਾਂਡ ਜਿਹੜੀ ਆ ਉਹ ਵੇਰੀ ਜਿਨ੍ਹਾਂ ਦੀ ਕਰਦੀ ਆ, ਠੀਕ ਆ, ਉਹ ਕੈਸ਼ 'ਚ ਪੇ ਹੁੰਦੇ ਆ, ਐਵੇਂ ਦਾ ਕੁਛ ਨਹੀਂ। ਟਰਡੀਸ਼ਨਲ ਸਿਸਟਮ ਆ ਕਨਕੂਤ ਸਿਸਟਮ, ਜਿਹਦੇ 'ਚ ਬੇਸਿਕਲੀ ਕੀ ਕੀਤਾ ਜਾਂਦਾ ਹੈ, ਇਹਦੇ 'ਚ ਬੇਸਿਕਲੀ ਬਿਲਕੁਲ ਵੈਲਿਊ ਚੈੱਕ ਕੀਤੀ ਜਾਂਦੀ ਆ ਪ੍ਰੋਡਿਊਸ ਪੈਦਾ ਹੋਣ ਤੋਂ ਬਾਅਦ, ਜਦੋਂ ਚੀਜ਼ ਪ੍ਰੋਡਕਟ ਨਿਕਲ ਜਾਂਦਾ ਹੈ ਉਸ ਤੋਂ ਬਾਅਦ। ਇਹ ਕਨਕੂਤ ਸਿਸਟਮ ਰਣਜੀਤ ਸਿੰਘ ਲੈ ਕੇ ਆਇਆ ਸੀ। ਸੋ ਟੈਕਨੀਕਲੀ ਦੇਖਿਆ ਜਾਵੇ ਤਾਂ ਕਿਹੜਾ ਆਪਣੇ ਕੋਲ ਨਨ ਆਫ ਦੀ ਸਟੇਟਮੈਂਟ ਇਜ਼ ਕਰੈਕਟ, ਡੀ। ਦੇਖੋ ਬਤਈ ਸਿਸਟਮ ਨੂੰ ਰਿਪਲੇਸ ਕਰ ਗਿਆ ਸੀ ਕਨਕੂਤ ਸਿਸਟਮ 1824 'ਚ, ਪੜ੍ਹਾਤਾ ਮੈਂ। ਸਭ ਤੋਂ ਪਹਿਲਾ ਸਿਸਟਮ ਸੀ ਬਤਈ ਸਿਸਟਮ, ਠੀਕ ਆ। ਬਤਈ ਸਿਸਟਮ ਦੇ ਵਿੱਚ ਲੋਕਲ ਪ੍ਰਾਈਸ ਨੂੰ ਆਧਾਰ ਮੰਨ ਕੇ ਉਹਦੇ ਹਿਸਾਬ ਨਾਲ ਰੇਟ ਤੈਅ ਕਰ ਲਏ ਜਾਂਦੇ ਸੀਗੇ, ਠੀਕ ਆ। ਤੇ ਫਿਰ ਆਇਆ ਜ਼ਬਤੀ ਸਿਸਟਮ, ਬਤਈ ਸਿਸਟਮ। ਬਤਈ ਸਿਸਟਮ ਦੇ ਵਿੱਚ ਬੇਸਿਕਲੀ ਜੋ ਮੁਗਲਾਂ ਦੇ ਵੇਲੇ ਤੋਂ ਚੱਲ ਰਿਹਾ ਸੀ, 3 ਢੇਰੀਆਂ ਪਾ ਲਈਆਂ ਜਾਂਦੀਆਂ ਸੀ, 1 ਢੇਰੀ ਸਟੇਟ ਨੂੰ ਦੇ ਦਿੰਦੇ ਸੀਗੇ, ਉੱਕਾ ਫੁੱਕਾ ਬਸ। ਕਨਕੂਤ ਸਿਸਟਮ ਜਿਹੜਾ ਸੀਗਾ ਉਹਨੂੰ ਦਾਣਾਬੰਦੀ ਸਿਸਟਮ ਵੀ ਕਿਹਾ ਜਾਂਦਾ ਸੀਗਾ। ਬੇਸਿਕਲੀ ਇਹਦਾ ਮਤਲਬ ਸੀ ਪੂਰੇ ਐਸਟੀਮੇਸ਼ਨ ਤੋਂ ਬਾਅਦ ਕੈਲਕੂਲੇਸ਼ਨ, ਮਤਲਬ ਕਿ ਗ੍ਰੇਨ ਯੀਲਡ ਨੂੰ ਐਸਟੀਮੇਟ ਕੀਤਾ ਜਾਂਦਾ ਸੀਗਾ ਤੇ ਉਹਦੇ ਆਧਾਰ ਤੇ ਬੀਗੇ ਦੀ ਪ੍ਰੋਡਕਟਿਵਿਟੀ ਦੇ ਆਧਾਰ ਤੇ ਕਿ ਉਹਦੀ ਕਿੰਨੀ ਉਤਪਾਦਕ क्षमता ਉਹਦੇ ਹਿਸਾਬ ਨਾਲ ਰੇਟ ਫਿਕਸ ਹੁੰਦਾ ਸੀਗਾ। ਇਹ ਕਨਕੂਤ ਸਿਸਟਮ ਸੀ, ਕਾਫੀ ਮਾਡਰਨ ਸੀ। ਰਣਜੀਤ ਸਿੰਘ ਇਹ ਸਿਸਟਮ ਲੈ ਕੇ ਆਇਆ ਜੀ। ਸੋ ਮੈਂ ਟੈਕਨੀਕਲ ਤੁਹਾਨੂੰ ਹਰ ਇੱਕ ਚੀਜ਼ ਕਲੀਅਰ ਕਰਤੀ ਜਿਹੜੀ ਪੇਪਰ 'ਚ ਤੁਹਾਨੂੰ ਉਲਝਾ ਸਕਦੀ ਆ। ਆ ਲਓ ਜੀ ਅਗਲਾ ਸਵਾਲ ਹੀ ਉੱਪਰ ਲੰਘਿਆ। ਹਾਂਜੀ, ਸਵਾਲ ਇਹ ਆ, ਕਹਿੰਦਾ ਉਹ ਪੰਜਾਬ ਦਾ 71 ਤੋਂ ਲੈ ਕੇ 77 ਤੱਕ ਲੈਫਟੀਨੈਂਟ ਗਵਰਨਰ ਸੀ। ਉਹਨੇ ਮੂਰੀ ਨੂੰ 1873 ਦੇ ਵਿੱਚ ਅੰਗਰੇਜ਼ਾਂ ਦੀ ਰਾਜਧਾਨੀ ਦੇ ਤੌਰ ਤੇ ਬਣਾਇਆ। 1873 ਦੀ ਸਿੰਘ ਸਭਾ ਲਹਿਰ ਉਹਦੇ ਵੇਲੇ ਆਈ। ਉਹਨੇ ਹੀ ਸ਼ਿਮਲਾ ਨੂੰ ਪੰਜਾਬ ਦੀ ਸਮਰ ਕੈਪੀਟਲ ਬਣਾਇਆ। ਦੱਸੋ ਕੌਣ ਸੀ? ਬੇਸਿਕਲੀ ਉਹ ਸੀਗਾ ਹੀ ਵਾਜ਼ ਸਰ ਡੋਨਾਲਡ, ਕੀ ਨਾਂ ਸੀ ਉਹਦਾ? ਉਹ ਸੀਗਾ ਆਪਣੇ ਕੋਲ ਸਰ ਡੋਨਾਲਡ ਲਿਓਨਾਰਡ। ਚੈੱਕ ਕਰਦੇ ਹਾਂ ਆਪਾਂ। ਹਾਂ, ਸਰ ਰੋਬਰਟ ਡੇਵਿਸ, ਸਰ ਰੋਬਰਟ ਡੇਵਿਸ ਸੀਗਾ। ਹਾਂ, ਸਰ ਰੋਬਰਟ ਹੈਨਰੀ ਡੇਵਿਸ। ਮੈਂ ਤੁਹਾਨੂੰ ਦੱਸਦਾ ਕਿ ਪੰਜਾਬ 1849 ਤੋਂ ਲੈ ਕੇ 53 ਤੱਕ ਇੱਕ ਬੋਰਡ ਰਿਹਾ ਹੈ ਤੇ ਬੋਰਡ ਦੀ ਪ੍ਰਧਾਨਗੀ ਕੀਤੀ ਹੈ ਹੈਨਰੀ ਲਾਰੈਂਸ ਨੇ। 53 ਤੋਂ ਲੈ ਕੇ 58 ਤੱਕ ਪੰਜਾਬ ਚੀਫ ਕਮਿਸ਼ਨਰ ਪ੍ਰਾਂਤ ਰਿਹਾ ਹੈ ਤੇ ਪੰਜਾਬ ਦਾ ਪਹਿਲਾ ਚੀਫ ਕਮਿਸ਼ਨਰ ਰਿਹਾ ਜੌਨ ਲਾਰੈਂਸ। 58 ਤੋਂ ਲੈ ਕੇ 1921 ਤੱਕ ਪੰਜਾਬ ਲੈਫਟੀਨੈਂਟ ਗਵਰਨਰ ਦਾ ਪ੍ਰਾਂਤ ਰਿਹਾ ਹੈ ਤੇ ਪੰਜਾਬ ਦਾ ਲੈਫਟੀਨੈਂਟ ਗਵਰਨਰ ਪਹਿਲਾ ਬਣਿਆ ਜੌਨ ਲਾਰੈਂਸ। ਜਿਹੜੇ ਦੀ ਮੈਂ ਗੱਲ ਕਰ ਰਿਹਾ ਉਹ ਆ ਹੈਨਰੀ ਡੇਵਿਸ। ਇਹਨੇ ਮੂਰੀ ਨੂੰ ਰਾਜਧਾਨੀ ਬਣਾਇਆ ਪੰਜਾਬ ਦੀ ਸਮਰ ਕੈਪੀਟਲ, ਜਿਹੜੀ ਕਿ ਪਾਕਿਸਤਾਨ 'ਚ ਆ ਹੁਣ।
ਫਿਰ ਸਿੰਘ ਸਭਾ ਲਹਿਰ ਇਹਦੇ ਵੇਲੇ ਚੱਲੀ, ਇਹਨੇ ਹੀ ਸ਼ਿਮਲੇ ਨੂੰ ਪੰਜਾਬ ਦੀ ਸਮਰ ਕੈਪੀਟਲ ਬਣਾਇਆ। ਇਸ ਤੋਂ ਬਾਅਦ ਇੱਕ ਇੰਪੋਰਟੈਂਟ ਆ ਆਇੰਸਟਨ, ਇਹਦੇ ਸਮੇਂ ਪੰਜਾਬ ਪੁਲਿਸ ਲਾਇਬ੍ਰੇਰੀ ਬਣੀ ਆ, ਇਹਦੇ ਸਮੇਂ ਹੀ ਸੁਹਾਗ ਕਲੋਨੀ ਬਣੀ ਆ। ਉਸ ਤੋਂ ਜ਼ਿਆਦਾ ਮਸ਼ਹੂਰ ਹੈਗਾ ਜੀ ਪੰਜਾਬ ਦੇ ਵਿੱਚ ਹੈਨਰੀ ਦੁਰਾਂਤ, 1870 ਤੋਂ ਲੈ ਕੇ 71 ਤੱਕ ਪੰਜਾਬ ਦਾ ਗਵਰਨਰ ਰਿਹਾ। 1893 ਵਿੱਚ ਇਹਦੇ ਨਾਂ 'ਤੇ ਹੈਨਰੀ ਜਿਹੜੀ ਦੁਰਾਂਤ ਲਾਈਨ ਬਣੀ ਆ ਪਾਕਿਸਤਾਨ ਅਤੇ ਅਫਗਾਨਿਸਤਾਨ ਵਾਲੀ। ਅਤੇ ਫਿਰ ਉਸ ਤੋਂ ਬਾਅਦ ਅੱਗੇ ਆ ਜਾਂਦਾ ਹੈ ਸਭ ਤੋਂ ਇੰਪੋਰਟੈਂਟ ਲੈਫਟੀਨੈਂਟ ਗਵਰਨਰ ਮਾਈਕਲ ਅਡਵਾਇਰ, ਇਹਦੇ ਵੇਲੇ ਬਹੁਤ ਕੁਛ ਹੋਇਆ। ਇਸ ਤੋਂ ਬਾਅਦ ਪੰਜਾਬ 'ਚ 1821 ਤੋਂ ਬਾਅਦ ਬਣੇ ਪੰਜਾਬ 'ਚ ਗਵਰਨਰ, ਪੰਜਾਬ ਗਵਰਨਰ ਪ੍ਰੋਵਿੰਸ, ਤੇ ਪੰਜਾਬ ਦਾ ਪਹਿਲਾ ਗਵਰਨਰ ਬਣਿਆ ਐਡਵਰਡ ਡਗਲਸ ਮੈਗਲਨ। ਸੋ ਇਹ ਬਹੁਤ ਇੰਪੋਰਟੈਂਟ ਨਾਮ ਆ, ਸੋ ਰੱਟੇ ਮਾਰੋ। ਕਰਨੋਲਜੀ ਵੀ ਇੱਕ ਪੇਪਰ 'ਚ PPSC ਨੇ ਪੁੱਛ ਲਈ ਆ, ਅਤੇ ਛੋਟੇ ਮੋਟੇ ਪੇਪਰਾਂ ਵਾਲੇ ਕੀ ਪਤਾ ਕੀ ਕਰਦੇ ਨੇ। ਗੁਲਾਬ ਕੌਰ ਗਦਰ ਪਾਰਟੀ ਦੀ ਇੱਕ ਬਹੁਤ ਮਸ਼ਹੂਰ ਨਾਇਕ। ਸਵਾਲ ਇਹ ਆ ਕਿ ਗੁਲਾਬ ਕੌਰ ਮਾਨ ਸਿੰਘ ਨਾਲ ਮੈਰਿਡ ਸੀ, ਅਤੇ ਦੋਵਾਂ ਨੇ ਕੈਨੇਡਾ 'ਚ ਗਦਰ ਪਾਰਟੀ ਜੁਆਇਨ ਕੀਤੀ। ਇਹ ਦੋਵੇਂ ਫਿਲੀਪੀਨਸ ਸੀਗੇ, ਮਨੀਲਾ, ਉੱਥੇ ਕੀਤੀ ਇਹਨਾਂ ਨੇ। ਇਹਨਾਂ ਨੂੰ ਮੌਤ ਦੀ ਸਜ਼ਾ ਹੋ ਗਈ ਸੀ ਲਾਹੌਰ ਕੌਂਸਪੀਰੇਸੀ ਕੇਸ। ਲਾਹੌਰ ਕੌਂਸਪੀਰੇਸੀ ਕੇਸ ਕਰਤਾਰ ਸਿੰਘ ਸਰਾਭੇ ਉਹਨਾਂ ਨੂੰ ਮੌਤ ਦੀ ਸਜ਼ਾ ਹੋਈ ਸੀ, ਇਹਨਾਂ ਨੂੰ ਨਹੀਂ ਸੀ ਹੋਈ, ਇਹਨਾਂ ਨੂੰ ਵੀ ਇੱਕ ਸਖਤ ਸਜ਼ਾ ਹੋਈ ਸੀਗੀ। ਉਹਨਾਂ ਦੀ ਜਿਹੜੀ ਕਿਤਾਬ ਆ ਗਦਰੀ ਬਾਬਿਆਂ ਦੀ ਧੀ, ਉਹ ਅਜਮੇਰ ਸਿੰਘ ਨੇ ਲਿਖੀ ਹੈ। ਨਹੀਂ, ਅਜਮੇਰ ਸਿੰਘ ਦੀ ਕਿਤਾਬ ਜਿਹੜੀ ਆਈ ਆ ਹੁਣ ਨਾ ਭੁੱਲ ਗਈ, ਕਰਤਾਰ ਸਿੰਘ ਸਰਾਭੇ ਤੇ ਆ, ਲਹਿਰਾਂ ਦਾ ਸੌਰੀ ਹੁਣ ਮੈਨੂੰ ਯਾਦ ਨਹੀਂ ਆ ਰਹੀ। ਅਜਮੇਰ ਸਿੰਘ ਨੇ ਨਹੀਂ ਇਹਨਾਂ 'ਤੇ ਕਿਤਾਬ ਲਿਖੀ। ਸੋ ਤਿੰਨੇ ਸਟੇਟਮੈਂਟ ਆ ਗਲਤ ਆ। ਗੁਲਾਬ ਕੌਰ ਬਾਰੇ ਪੜ੍ਹਾਦਾ ਮੈਂ, 1890 'ਚ ਬਖਸ਼ੀਵਾਲਾ ਸੰਗਰੂਰ ਜ਼ਿਲ੍ਹੇ 'ਚ ਇਹਨਾਂ ਦਾ ਜਨਮ ਹੁੰਦਾ ਹੈ। ਮਾਨ ਸਿੰਘ ਨਾਲ ਵਿਆਹੇ ਸੀ, ਮਨੀਲਾ 'ਚ ਸ਼ਿਫਟ ਹੋਏ, ਉੱਥੇ ਹੀ ਇਹਨਾਂ ਨੇ ਗਦਰ ਪਾਰਟੀ ਜੁਆਇਨ ਕੀਤੀ। 2 ਸਾਲ ਦੀ ਸਖਤ ਸਜ਼ਾ ਹੋਈ ਸੀ। ਕੇਸਰ ਸਿੰਘ ਨੇ ਇਹਨਾਂ 'ਤੇ ਕਿਤਾਬ ਲਿਖੀ ਆ, ਠੀਕ ਆ। ਸ਼ਾਹਾਂ ਦਾ ਸਵਾਰ ਕਰਤਾਰ ਸਿੰਘ ਸਰਾਭਾ, ਥੋੜ੍ਹਾ ਜਿਹਾ ਰਹਿ ਗਿਆ ਨਾਮ 'ਚ, ਠੀਕ ਆ। ਸੋ ਰਣਜੀਤ ਸਿੰਘ ਕਰਤਾਰ ਸਿੰਘ ਸਰਾਭੇ 'ਤੇ ਲਿਖੀ ਅਜਮੇਰ ਸਿੰਘ ਨੇ ਕਿਤਾਬ, ਠੀਕ ਆ। ਖੈਰ, ਰਣਜੀਤ ਸਿੰਘ ਹੇਠ ਲਿਖਿਆਂ 'ਚੋਂ ਕਿਹੜੀਆਂ ਜਗ੍ਹਾ ਤੈਨੂੰ ਗਰਾਂਟਾਂ ਦੇ ਚੁੱਕੇ ਆ? ਹਰਿਮੰਦਰ ਸਾਹਿਬ ਬਿਲਕੁਲ, ਸੱਚਖੰਡ ਹਜੂਰ ਸਾਹਿਬ ਬਿਲਕੁਲ, ਸੋਮਨਾਥ ਦਾ ਜ਼ਿਕਰ ਕਿਤੇ ਨਹੀਂ ਆਉਂਦਾ, ਵਿਸ਼ਵਨਾਥ ਮੰਦਿਰ ਬਨਾਰਸ, ਤੇ 1-2 ਹਿਮਾਚਲ ਦੇ ਮੰਦਿਰਾਂ ਦਾ ਜ਼ਿਕਰ ਆਉਂਦਾ ਹੈ, 1, 2 ਐਂਡ 4। ਸੋ ਆਹ ਲਓ ਜੀ ਟਿਕ ਆਨਸਰ ਇਹਦੇ 'ਤੇ। ਨੈਕਸਟ ਉਸ ਤੋਂ ਬਾਅਦ ਆ ਗਿਆ ਜੀ, ਕਹਿੰਦੇ ਸਰਹੰਦ ਦੇ ਬਾਰੇ ਕੀ ਗੱਲ ਸਹੀ ਆ? ਕਹਿੰਦੇ 1555 ਦੇ ਵਿੱਚ ਸਿਕੰਦਰ ਸ਼ਾਹ ਸੂਰੀ ਤੇ ਹਮਾਯੂ ਦੇ ਵਿੱਚ ਲੜਾਈ ਹੋਈ, ਜਾਂ ਮੁਗਲਾਂ ਦੇ ਸੂਰੀ ਅੰਪਾਇਰ 'ਚ ਲੜਾਈ ਹੋਈ, ਜਿਸ ਤੋਂ ਬਾਅਦ ਪੰਜਾਬ 'ਚ ਸੂਰ ਅੰਪਾਇਰ ਦੁਬਾਰਾ ਸਿਰ ਚੱਕ ਗਿਆ। ਗਲਤ। 1555 'ਚ ਸਰਹੰਦ ਦੀ ਲੜਾਈ 'ਚ ਹਰਾ ਕੇ ਹਮਾਯੂ, ਫਿਰ ਇਹਨਾਂ ਨੂੰ ਦਿੱਲੀ 'ਚ ਹਰਾ ਕੇ 1556 'ਚ ਦੁਬਾਰਾ ਫੇਰ ਫਤਿਹ ਕਰ ਲੈਂਦਾ ਹੈ, ਤੇ ਮੁਗਲ ਵਾਪਸ ਆ ਜਾਂਦੇ ਆ, ਨਾ ਕਿ ਸੁਰ ਵਾਪਸ ਆਉਂਦੇ ਆ। 1710 'ਚ ਸਰਹੰਦ ਦੀ ਲੜਾਈ 'ਚ ਮੁਗਲਾਂ ਦੇ ਨਾਲ ਸਿੱਖਾਂ ਦੀ ਜਿੱਤ ਹੋਈ, ਤੇ ਬੰਦਾ ਸਿੰਘ ਬਹਾਦਰ ਨੇ ਵਿਨੋਦ ਸਿੰਘ ਨੂੰ ਸਰਹੰਦ ਦਾ ਗਵਰਨਰ ਲਾਤਾ। ਗਲਤ ਯਾਰ, ਬਾਜ ਸਿੰਘ ਨੂੰ। 1764 'ਚ ਸਰਹੰਦ ਦੀ ਲੜਾਈ ਦੁਰਾਨੀ ਅੰਪਾਇਰ ਤੇ ਸਿੱਖ ਮਿਸਲਾਂ 'ਚ ਹੋਈ, ਤੇ ਸਿੱਖਾਂ ਨੇ ਇਹ ਲੜਾਈ 'ਚ ਸਤਲੁਜ ਤੋਂ ਲੈ ਕੇ ਯਮਨਾ ਤੱਕ ਦਾ ਰਾਜ ਭਾਗ ਜਿੱਤਿਆ, ਤੇ ਸਰਹੰਦ ਮਹਾਰਾਜਾ ਆਲਾ ਸਿੰਘ ਆਫ ਪਟਿਆਲਾ ਨੂੰ ਦੇਤਾ। ਬਿਲਕੁਲ ਸਹੀ। ਇਸੇ ਤੋਂ ਬਾਅਦ ਸਿੱਖਾਂ ਨੇ ਗੋਬਿੰਦਸ਼ਾਹੀ ਸਿਲਵਰ ਦੇ ਸਿੱਕੇ ਲਾਂਚ ਕੀਤੇ ਸੀ। ਸਿੱਖ ਮਿਸਲਾਂ ਦੇ ਸਿੱਕਿਆਂ ਦਾ ਜ਼ਿਕਰ ਉੱਥੇ ਆਉਂਦਾ ਹੈ। ਓਨਲੀ 3 ਇਜ਼ ਦੀ ਕਰੈਕਟ ਆਪਸ਼ਨ। ਐਕਸਪਲੇਨੇਸ਼ਨ ਤੁਹਾਨੂੰ ਦਿੱਤੀ ਹੋਈ ਹੈ ਤੁਹਾਡੇ ਨੋਟਸ ਦੇ ਵਿੱਚ, ਤੇ ਤੁਹਾਡੇ ਤੱਕ ਇਹ ਅਮੈਂਡਡ ਫਾਈਲ ਜਿਹੜੀ ਹੈ ਤੁਹਾਡੇ WhatsApp ਗਰੁੱਪ 'ਚ ਆ ਜਾਊਗੀ, ਤੇ ਤੁਸੀਂ ਉੱਥੋਂ ਪੜ੍ਹ ਸਕਦੇ ਹੋ, ਠੀਕ ਹੈ ਜੀ। ਆ ਜਾਓ। ਹਾਂ, ਕਿਹੜੇ ਸਿੱਖ ਜਿਹੜੇ ਆ ਬੰਦਾ ਸਿੰਘ ਬਹਾਦਰ ਦੇ ਨਾਲ ਗੁਰੂ ਜੀ ਨੇ ਭੇਜੇ? ਬਾਜ ਸਿੰਘ ਭੇਜਿਆ ਸੀ, ਰਾਮ ਸਿੰਘ ਭੇਜਿਆ ਸੀ, ਵਿਨੋਦ ਸਿੰਘ ਭੇਜਿਆ ਸੀ, ਗੁਰਬਖਸ਼ ਸਿੰਘ ਤਾਂ ਬੰਦਾ ਸਿੰਘ ਬਹਾਦਰ ਦਾ ਨਾਮ ਸੀਗਾ ਜਿਹੜਾ ਗੁਰੂ ਜੀ ਨੇ ਦਿੱਤਾ ਸੀ, ਤੇ ਫਿਰ ਬੰਦਾ ਸਿੰਘ ਕੀ ਸੀ? ਬੰਦਾ ਸਿੰਘ ਟਾਈਟਲ ਸੀਗਾ, ਠੀਕ ਆ। ਤੇ ਕਾਹਨ ਸਿੰਘ ਨਹੀਂ ਸੀਗਾ। 1 2 3 ਜੀਵਨ ਸਿੰਘ ਤੇ ਫਤਿਹ ਸਿੰਘ। ਸੋ ਟੈਕਨੀਕਲੀ ਕਿਹੜੇ ਲੋਕ ਉਹਨਾਂ ਦੇ ਨਾਲ ਗਏ ਸੀਗੇ? ਬਾਜ ਸਿੰਘ, ਉਹਨਾਂ ਦਾ ਭਰਾ ਰਾਮ ਸਿੰਘ, ਵਿਨੋਦ ਸਿੰਘ, ਤੇ ਵਿਨੋਦ ਸਿੰਘ ਦਾ ਬੇਟਾ ਕਾਹਨ ਸਿੰਘ, ਤੇ ਫਤਿਹ ਸਿੰਘ। ਸੋ ਆਹ 5 ਜਾਣੇ ਸੀਗੇ। ਕਾਹਨ ਸਿੰਘ ਸੀਗਾ ਵਿੱਚ, ਠੀਕ ਆ। ਸੋ ਕਾਹਨ ਸਿੰਘ, ਫਤਿਹ ਸਿੰਘ, ਆਹ ਨਾਮ ਹੋ ਗਏ। ਬਾਜ ਸਿੰਘ, ਰਾਮ ਸਿੰਘ, ਵਿਨੋਦ ਸਿੰਘ, ਕਾਹਨ ਸਿੰਘ ਤੇ ਫਤਿਹ ਸਿੰਘ। 1 2 3 5 ਤੇ 7। 1 2 3 5 ਤੇ 7। 1 2 3 5 ਤੇ 7 ਆਪਸ਼ਨ ਕੋਈ ਵੀ ਸਹੀ ਨਹੀਂ, ਕੁਐਸਚਨ ਕੈਂਸਲ। ਪਰ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਜਾਣੀ ਕਿ ਮਾਧੋਦਾਸ ਬਰਾਗੀ ਨੂੰ ਗੁਰਬਖਸ਼ ਸਿੰਘ ਦਾ ਨਾਮ ਤੇ ਬੰਦਾ ਸਿੰਘ ਦਾ ਟਾਈਟਲ, ਤੇ ਇਹਦੇ ਤੋਂ ਬਾਅਦ 5 ਸਿੰਘ ਰਾਮ ਸਿੰਘ, ਬਾਜ ਸਿੰਘ, ਵਿਨੋਦ ਸਿੰਘ, ਕਾਹਨ ਸਿੰਘ ਤੇ ਫਤਿਹ ਸਿੰਘ, ਤੇ ਉਹਦੇ ਨਾਲ ਮੋਸਟ ਇੰਪੋਰਟੈਂਟ ਬੰਦਾ ਸਿੰਘ ਨੂੰ ਆਪਣੇ ਹਰੇ ਰੰਗ ਦੀ ਜਿਹੜੀ ਕਮਾਂਡ ਦਿੱਤੀ, ਤੇ ਆਪਣੇ ਉਹਦੇ ਚੋਂ
ਪੈਕੇਟ ਦੇ ਵਿੱਚੋਂ 5 ਤੀਰ ਦਿੱਤੇ, ਨਿਸ਼ਾਨ ਸਾਹਿਬ ਦਿੱਤਾ ਤੇ ਇੱਕ ਤਲਵਾਰ ਦਿੱਤੀ। ਠੀਕ ਆ, ਜਿਹਨੂੰ ਲੈ ਕੇ ਉਹ ਫਿਰ ਇੱਥੇ ਪਹੁੰਚਦਾ ਏ। ਅੱਗੇ ਦੀ ਸਟੋਰੀ ਤੁਹਾਨੂੰ ਹੁਣ ਮੈਂ ਸੁਣਾਊਂਗਾ ਤੇ ਆਪਣੇ ਕੁਐਸਚਨ ਮਿਸ ਹੋਣਗੇ। ਕੁਐਸਚਨ ਜ਼ਰੂਰ ਕੈਂਸਲ ਹੋ ਗਿਆ ਪਰ ਜਾਣਕਾਰੀ ਤਾਂ ਕੰਟੈਂਟ ਤਾਂ ਸੀਗਾ ਨਾ ਇਹਦੇ 'ਚ। ਸੋ ਕਈ ਵਾਰੀ ਬਣਾਉਂਦੇ ਹੋਏ ਕੁਐਸਚਨ, ਜਦੋਂ ਤੁਸੀਂ ਕੁਐਸਚਨ ਖੁਦ ਫਰੇਮ ਕਰਦੇ ਹੋ ਤਾਂ ਕਿਤੇ ਨਾ ਕਿਤੇ ਦਿੱਕਤ ਆ ਜਾਂਦੀ ਹੈ। ਠੀਕ ਆ, ਤਾਂ ਸਭ ਤੋਂ ਅਗਲੀ ਗੱਲ ਕਹਿੰਦੇ ਗੁਰੂ ਪਹਿਲੇ, ਦੂਜੇ, ਤੀਜੇ ਤੇ ਪਹਿਲੇ ਗੁਰੂ ਦੀ ਬਾਣੀ ਜਿਹੜੀ ਸੀ ਉਹ ਤੀਜੇ ਗੁਰੂ ਦੇ ਬੇਟੇ ਮੋਹਰੀ ਜੀ ਦੇ ਕਬਜ਼ੇ 'ਚ ਸੀਗੀ। ਬਿਲਕੁਲ ਪੋਥੀ ਉਹਨਾਂ ਕੋਲ ਸੀ ਪਰ ਮੋਹਰੀ ਜੀ ਨਹੀਂ ਸੀਗੇ, ਮੋਹਣੀ ਜੀ ਸੀਗੇ। ਪਹਿਲੀ ਸਟੇਟਮੈਂਟ ਗਲਤ। ਜਿਨ੍ਹਾਂ ਤੋਂ ਬਾਅਦ 'ਚ ਪਹਿਲਾਂ ਬਾਬਾ ਬੁੱਢਾ ਜੀ, ਫਿਰ ਭਾਈ ਗੁਰਦਾਸ ਨੂੰ ਭੇਜਿਆ, ਫਿਰ ਪੰਜਵੇਂ ਗੁਰੂ ਆਪ ਜਾ ਕੇ ਪੋਥੀ ਲੈ ਕੇ ਆਏ, ਫਿਰ ਉਹਨੇ ਦਿੱਤੀ। ਰਾਮਸਰ ਸਰੋਵਰ ਦੇ ਕੰਢੇ ਬਹਿ ਕੇ ਆਦਿ ਗ੍ਰੰਥ ਦੀ ਰਚਨਾ ਹੋਈ ਹੈ, ਨਾ ਕਿ ਸੰਤੋਖਸਰ। ਕੁਐਸਚਨ ਗਲਤ ਹੋ ਗਿਆ। ਗੁਰੂ ਗੋਬਿੰਦ ਸਿੰਘ ਨੇ ਗੁਰੂ ਗੋਬਿੰਦ ਸਿੰਘ ਨੇ ਆਦਿ ਗ੍ਰੰਥ ਨੂੰ ਐਕਸਪੈਂਡ ਕਰਕੇ ਗੁਰੂ ਗ੍ਰੰਥ ਸਾਹਿਬ ਬਣਾਇਆ, ਜਿਹਨੂੰ 1 ਸਤੰਬਰ 1708 ਨਾ 20 ਅਕਤੂਬਰ 1708 ਜਦੋਂ ਦਮਦਮਾ ਸਾਹਿਬ 'ਚ ਲਿਖਾਇਆ, ਤਾਂ ਉਹਨੂੰ ਹੀ ਆਪਾਂ ਗੁਰਗੱਦੀ ਦਿਵਸ ਮਨਾਉਂਦੇ ਆ। 1 ਸਤੰਬਰ 1708 ਨਹੀਂ ਟਰਮ, 1 ਸਤੰਬਰ 1604 ਇੱਕ ਸ਼ਬਦ ਟਰਮ ਹੈਗੀ ਆ ਜਦੋਂ ਆਦਿ ਗ੍ਰੰਥ ਦੀ ਰਚਨਾ ਹੋਈ ਆ। ਸੋ ਇਹ ਵੀ ਕਨਫਿਊਜ਼ ਕਰ ਦਿੱਤਾ ਗਿਆ। ਓਰੀਜਨਲ ਬੀੜ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਆ ਉਹ ਥੜਾ ਸਾਹਿਬ ਗੁਰਦੁਆਰੇ 'ਚ ਆ, ਜਿਹੜਾ ਕਿ ਕਰਤਾਰਪੁਰੀਆਂ ਵਾਲੀ ਬੀੜ, ਧੀਰਮਲੀਆਂ ਦੀ ਬੀੜ ਆਪਾਂ ਕਹਿ ਦਿੰਦੇ ਆ। ਸੋ ਚਾਰ ਹੀ ਆਪਸ਼ਨ ਟੈਕਨੀਕਲੀ ਗਲਤ ਨੇ, ਉਪਰੋਕਤ ਵਿੱਚੋਂ ਕੋਈ ਵੀ ਸਹੀ ਨਹੀਂਗਾ। 5 ਸਰੋਵਰ, ਅੰਮ੍ਰਿਤ ਸਰੋਵਰ, ਸੰਤੋਖ ਸਰੋਵਰ, ਰਾਮਸਰ ਸਰੋਵਰ, ਕੌਲਸਰ ਸਰੋਵਰ ਤੇ ਵਿਵੇਕ ਸਰੋਵਰ, ਇਹ 5 ਨੇ ਅੰਮ੍ਰਿਤਸਰ ਸ਼ਹਿਰ 'ਚ। ਓਰੀਜਨਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਥੰਬ ਸਾਹਿਬ, ਥੜਾ ਸਾਹਿਬ ਕਹਿਤੀ, ਥੰਬ ਸਾਹਿਬ ਵਿੱਚ ਸਥਾਪਿਤ ਆ। ਫਿਰ ਮੈਂ ਤਾਂ ਤੁਹਾਨੂੰ ਬਹੁਤ ਕੁਝ ਪੜ੍ਹਾਇਆ, ਭਾਈ ਬਾਨੋ ਵਾਲੀ ਬੀੜ ਵੀ ਪੜ੍ਹਾਈ ਹੋਈ ਆ, ਇਹ ਵਾਲੀ ਕਰਤਾਰਪੁਰ ਵਾਲੀ ਬੀੜ ਵੀ ਪੜ੍ਹਾਈ ਹੋਈ ਆ, ਜਿਹਨੂੰ ਆਪਾਂ ਧੀਰਮਲੀਆਂ ਦੀ ਬੀੜ ਕਹਿੰਦੇ ਆ। ਫਿਰ ਇਸ ਤੋਂ ਬਾਅਦ ਦਮਦਮੀ ਬੀੜ ਵੀ ਪੜ੍ਹਾਈ ਹੋਈ ਆ। ਦਸਮ ਗ੍ਰੰਥ ਬਾਰੇ ਵੀ ਜਿੰਨੀ ਕੁ ਜਾਣਕਾਰੀ ਪਬਲਿਕ ਡੋਮੇਨ 'ਚ ਆ ਤੇ ਦਿੱਤੀ ਜਾ ਸਕਦੀ ਹੈ ਉਹ ਜਾਣਕਾਰੀ ਵੀ, ਇਸ ਤੋਂ ਬਿਨਾਂ ਆਪਾਂ ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਇਹਨਾਂ ਬਾਰੇ ਵੀ ਆਪਾਂ ਲਿਟਰੇਚਰ 'ਚ ਕਾਫੀ ਸਮਝ ਰੱਖੀ ਆ। ਠੀਕ ਆ, ਗੁਰਗੱਦੀ ਦਿਵਸ ਜਿਹੜਾ ਹੈ ਉਹ 20 ਅਕਤੂਬਰ 1708 ਨੂੰ ਆ। ਤੇ ਜੇ ਕੋਈ ਕਵੇ ਆਦਿ ਗ੍ਰੰਥ ਦੀ ਰਚਨਾ, ਆਦਿ ਗ੍ਰੰਥ ਦੀ ਰਚਨਾ ਹੈਗੀ ਆ 1 ਸਤੰਬਰ 1604। ਸੋ ਟੈਕਨੀਕਲੀ ਇਹ ਮਤਲਬ ਕਿ ਉਮੀਦ ਕਰਦਾ ਕਿ ਤੁਹਾਨੂੰ ਕਨਸੈਪਟ, ਬੇਸ਼ੱਕ ਸਵਾਲ ਔਖੇ ਆ ਪਰ ਕਲੀਅਰ ਹੋਣੇ ਚਾਹੀਦੇ ਆ। ਗੁਰੂ ਤੇਗ ਬਹਾਦਰ ਜੀ ਨੂੰ ਜਲਾਲੂਦੀਨ ਸਮਾਣੇ ਦਾ ਉਹ ਸੀਗਾ ਜਿਹਨੇ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤਾ, ਬਿਲਕੁਲ ਸਹੀ। ਮਤੀ ਦਾਸ ਤੇ ਦਿਆਲਾ ਜੀ ਉਹਨਾਂ ਦੇ ਨਾਲ ਉਸੇ ਦਿਨ ਸ਼ਹੀਦ ਕੀਤੇ, ਬਿਲਕੁਲ ਸਹੀ। ਜਿੱਥੇ ਸਿਰ ਦਾ ਸੰਸਕਾਰ ਹੋਇਆ ਸੀਗਾ, ਠੀਕ ਆ, ਜਿਹੜਾ ਕੀ ਕੀਤਾ ਸੀ ਲੱਖੀ ਸ਼ਾਹ ਵਣਜਾਰੇ ਹੋਣਾ ਨੇ, ਕਹਿੰਦੇ ਜੀ ਉਹ ਰਕਾਬਗੰਜ ਗੁਰਦੁਆਰਾ ਹੈ, ਨਹੀਂ ਸੌਰੀ ਸਿਰ ਦਾ ਸੰਸਕਾਰ ਤਾਂ ਉੱਥੇ ਅਨੰਦਪੁਰ ਸਾਹਿਬ, ਪਹਿਲਾਂ ਉਹ ਕਿਰਤਪੁਰ ਆਏ, ਫਿਰ ਉੱਥੇ ਅਨੰਦਪੁਰ ਸਾਹਿਬ ਹੋਇਆ ਸੀਗਾ। ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਬੁਲਾਇਆ ਸੀ, ਭਾਈ ਜੈਤਾ ਜੀ ਨੂੰ, ਉਹਨਾਂ ਦਾ ਨਾਮ ਜੀਵਨ ਸਿੰਘ ਵੀ ਸੀਗਾ। ਤੇ ਜਿਹੜੇ ਸੀਸ ਲੈ ਕੇ ਆਏ ਸੀ, ਜਿੱਥੇ ਸੀਸ ਜਿੱਥੋਂ ਪਿਕ ਕੀਤਾ ਗਿਆ ਉਹਦਾ ਨਾਮ ਸੀਸਗੰਜ ਸੀਗਾ, ਜਿੱਥੇ ਸੀਸ ਧੜ ਤੋਂ ਅੱਧ ਹੋਇਆ ਸੀ। ਫਿਰ ਧੜ ਨੂੰ ਲੱਖੀ ਸ਼ਾਹ ਵਣਜਾਰਾ ਆਪਣੇ ਨਾਲ ਲੈ ਕੇ ਗਏ, ਆਪਣੇ ਘਰ ਨੂੰ ਅੱਗ ਲਾਈ, ਤਾਂ ਉੱਥੇ ਰਕਾਬਗੰਜ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ, ਜਿਹਨੂੰ ਬਾਅਦ 'ਚ ਮਿਸਲਾਂ ਦੇ ਵੇਲੇ ਬਘੇਲ ਸਿੰਘ ਨੇ ਬਣਵਾਇਆ ਸੀ ਜਿਹੜੇ ਗੁਰਦੁਆਰਿਆਂ ਨੂੰ। ਲੱਖੀ ਸ਼ਾਹ ਵਣਜਾਰਾ ਗੁਰੂ ਜੀ ਦੀ ਬੋਡੀ ਲੈ ਕੇ ਆਇਆ ਸੀ, ਨਹੀਂ ਗੁਰੂ ਜੀ ਦੀ ਬੋਡੀ ਨਹੀਂ, ਗੁਰੂ ਜੀ ਦਾ ਸੀਸ ਲੈ ਕੇ ਆਇਆ ਸੀ ਇਹ ਗੁਰੂ ਗੋਬਿੰਦ ਸਿੰਘ ਕੋਲ ਭਾਈ ਜੈਤਾ ਜੀ, ਜਿਹਨੂੰ ਜੀਵਨ ਸਿੰਘ ਦਾ ਨਾਮ ਵੀ ਮਿਲਿਆ ਸੀ। ਤੇ ਗੁਰੂ ਜੀ ਨੇ ਉਹਨੂੰ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ। ਸੋ ਟੈਕਨੀਕਲੀ 1 ਐਂਡ 2 ਹੀ ਸਹੀ ਹਨ। ਉਹਨਾਂ ਨੇ ਪੁੱਛਿਆ ਕਿਹੜੀ ਸਟੇਟਮੈਂਟ ਸਹੀ ਹੈ, 1 ਐਂਡ 2। ਸਾਰੀ ਗੱਲ ਆਪਾਂ ਚੰਗੀ ਤਰ੍ਹਾਂ ਡਿਟੇਲ 'ਚ ਸਮਝਾਤੀ। 6ਵਾਂ ਸਵਾਲ, ਕਿੰਨਾ ਦੀ ਬਾਣੀ ਦਰਜ ਆ ਗੁਰੂ ਗ੍ਰੰਥ ਸਾਹਿਬ 'ਚ? ਸ਼ੇਖ ਫਰੀਦ, ਭਗਤ ਕਬੀਰ, ਭਗਤ ਰਵੀਦਾਸ, ਭਗਤ ਜੈਦੇਵ। ਸੋ ਇਹ ਕੁਛ ਭਗਤ ਨੇ ਜਿਨ੍ਹਾਂ ਦੀ ਬਾਣੀ ਦਰਜ ਆ। ਕਿਹੜੇ ਕਿਹੜੇ ਗੁਰੂ ਦੀ, ਕਿਹੜੇ ਕਿਹੜੇ ਭਗਤਾਂ ਦੀ, ਕਿਹੜੇ ਕਿਹੜੇ ਭੱਟਾਂ ਦੀ ਬਾਣੀ ਦਰਜ ਆ, ਤੇ ਕਿਹੜੇ 4 ਸਿੱਖਾਂ ਦੀ ਬਾਣੀ ਦਰਜ ਆ। ਦੇਖੋ ਜ਼ਿਆਦਾ ਸਮਝ ਤਾਂ ਹੁਣ ਤੁਹਾਨੂੰ ਤਾਂ ਬਹੁਤ ਸਮਝ ਹੋਊਗੀ, ਕਿਉਂਕਿ ਤੁਸੀਂ ਤਾਂ ਪੰਜਾਬੀ ਪੇਪਰ A ਦੇ ਲੈਵਲ ਦੀ ਤਿਆਰੀ ਕਰ ਰਹੇ ਆ, ਜਿਹੜੇ ਬੱਚੇ ਪੇਪਰ ਦਿੰਦੇ PPSC ਦੇ। ਪਰ ਜਿਹੜੇ ਨਹੀਂ ਵੀ ਕਰ ਰਹੇ ਉਹ ਇੰਨੀ ਤਾਂ ਤਿਆਰੀ ਕਰਨ ਕਿ ਕਿਹੜੇ ਕਿਹੜੇ ਅੱਜ ਕੱਲ੍ਹ ਇਸ ਲੈਵਲ ਤੱਕ ਦੇ ਸਵਾਲ ਫਰੇਮ ਹੋ ਸਕਦੇ ਆ। D ਇਜ਼ ਦੀ ਕਰੈਕਟ ਆਪਸ਼ਨ। ਸਮਝ ਆ ਗਈ ਗੱਲ? ਨੈਕਸਟ ਅੱਗੇ ਆ ਜਾਓ ਜੀ। ਕਹਿੰਦੇ ਜੀ ਜਿਹੜੀਆਂ 4 ਲਾਵਾਂ ਲਈਆਂ ਜਾਂਦੀਆਂ ਹੈ ਚੌਥੇ ਗੁਰੂ ਨੇ ਜੋ ਰਚਨਾ ਕੀਤੀ ਹੈ, ਉਹਦੇ 'ਚ ਪਹਿਲੇ ਸਟੈਂਜੇ, ਦੂਜੇ ਸਟੈਂਜੇ, ਤੀਜੇ ਸਟੈਂਜੇ ਤੇ ਚੌਥੇ ਸਟੈਂਜੇ ਦਾ ਮਤਲਬ ਕੀ ਹੈ? ਠੀਕ ਆ, ਸੋ ਟੈਕਨੀਕਲੀ ਦੇਖਿਆ ਜਾਵੇ ਤਾਂ ਜਿਹੜਾ ਚੌਥਾ ਸਟੈਂਜਾ ਹੈ ਉਹ ਕੰਗ੍ਰੈਚੁਲੇਟ ਕਰ ਰਿਹਾ ਹੈ
ਜੋੜੇ ਨੂੰ, ਪੇਅਰਸ ਨੂੰ। ਸੋ ਇਸ ਹਿਸਾਬ ਨਾਲ ਪਹਿਲੀ ਹੀ ਆਪਸ਼ਨ ਸਹੀ ਬਣਦੀ ਹੈ, ਬਾਕੀ ਆਪਾਂ ਨੂੰ ਸਮਝ ਆਵੇ ਚਾਹੇ ਨਾ ਆਵੇ। ਠੀਕ ਆ, ਵਧਾਈ ਸਭ ਤੋਂ ਲਾਸਟ ਵਾਲੇ ਸਟੈਂਜਿਸ ਜਿਹੜੀ ਹੈ ਮੈਂਸ਼ਨਡ ਆ। ਸੋ ਚੌਥੇ ਦਾ ਏ ਪਾਰਟ, ਸੋ ਤੁਸੀਂ ਇਹਨੂੰ ਡਿਟੇਲ 'ਚ ਦੇਖ ਸਕਦੇ ਹੋ ਕਿ ਕੀ ਆ। ਠੀਕ ਆ, ਨੈਕਸਟ ਉਸ ਤੋਂ ਬਾਅਦ ਅੱਗੇ ਆ ਗਿਆ ਜੀ, ਕਹਿੰਦੇ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦਾ ਜ਼ਿਕਰ ਕਰੋ। ਜਪਜੀ ਸਾਹਿਬ ਉਹਨਾਂ ਦੀ ਹੈ, ਬਿਲਕੁਲ। ਸਿੱਧ ਗੋਸ਼ਟੀ ਉਹਨਾਂ ਦੀ ਹੈ, ਸਹੀ। 12ਵਾਂ ਮਾਝ ਉਹਨਾਂ ਦੀ ਨਹੀਂ, ਕਿ ਇਹ 5ਵੇਂ ਗੁਰੂ ਦੀ ਹੈ। 12ਵਾਂ ਉਹਨਾਂ ਦੀ ਹੈ, 12ਵਾਂ ਮਾਝ ਇਹਨਾਂ। ਆਸਾ ਦੀ ਵਾਰ ਉਹਨਾਂ ਦੀ ਹੈ, ਬਿਲਕੁਲ। ਘੋੜੀਆਂ ਉਹਨਾਂ ਦੀਆਂ ਨਹੀਂ, ਚੌਥੇ ਗੁਰੂ ਦੀਆਂ। ਲਾਵਾਂ ਉਹਨਾਂ ਦੀ ਰਚਨਾ ਨਹੀਂ, ਚੌਥੇ ਗੁਰੂ ਦੀ। ਸੋ ਆਪਣੇ ਆਪ ਪਤਾ ਲੱਗ ਗਿਆ। ਸੋ 12ਵਾਂ ਕਨਫਿਊਜ਼ ਕਰ ਸਕਦੀ ਸੀ। ਸੋ ਆਨਸਰ ਬਣ ਗਿਆ ਜੀ 1 2 4, ਆ ਚੱਕੋ ਜੀ। ਸੋ ਐਵੇਂ ਦੀਆਂ ਗਲਤੀਆਂ ਤੁਹਾਡੇ ਕੋਲ ਪੇਪਰ ਕਰਾਉਣ ਵਾਲਾ ਕਰਾਊਗਾ, ਉਹਨੂੰ ਪਤਾ ਕਿ ਕੀ ਆਉਂਦਾ ਇਹਨੂੰ ਤੇ ਕੀ ਇਹਨਾਂ ਨੂੰ ਨਹੀਂ ਆਉਂਦਾ। ਨੈਕਸਟ ਅਗਲਾ ਸਵਾਲ ਆ ਗਿਆ, ਗੁਪਤਾ ਅੰਪਾਇਰ ਨਾਲ ਸੰਬੰਧਿਤ। ਕਹਿੰਦਾ ਬਲੈਕ ਪੋਲਿਸ਼ਡ ਜਿਹੜੀ ਪੋਟਰੀ ਸੀ, ਭਾਂਡੇ ਸੀ, ਉੱਥੋਂ ਪਤਾ ਲੱਗਾ ਕਿ ਗੁਪਤਾ ਅੰਪਾਇਰ ਪੰਜਾਬ ਤੱਕ ਸੀਮਿਤ ਸੀ। ਉਹ ਉਸ ਟਾਈਮ ਤੱਕ ਬਲੈਕ ਪੋਟਰੀ ਤਾਂ ਨਹੀਂ ਸੀਗੀ। ਗੁਪਤਾ ਅੰਪਾਇਰ ਦੇ ਵੇਲੇ ਰੈੱਡ ਪੋਲਿਸ਼ਡ ਪੋਟਰੀ ਆ ਚੁੱਕੀ ਸੀ। ਉਹਨੇ ਪ੍ਰੂਫ ਦਿੱਤਾ ਕਿ ਪੰਜਾਬ ਵੀ ਗੁਪਤਾਸ ਦੇ ਪ੍ਰਭਾਵ 'ਚ ਸੀ। ਗੁਪਤਾ ਅੰਪਾਇਰ ਵੇਲੇ ਪੰਜਾਬ ਡਿਕਲਾਈਨ ਹੋ ਗਿਆ ਕਿਉਂਕਿ ਹਿੰਦੂਇਜ਼ਮ ਰਿਵਾਈਵ ਹੋ ਗਿਆ ਸੀ। ਜੈਨਿਜ਼ਮ ਨਹੀਂ, ਬੁੱਧਿਜ਼ਮ ਪੰਜਾਬ 'ਚ ਡਿਕਲਾਈਨ ਹੋ ਗਿਆ ਸੀ ਗੁਪਤਾ ਅੰਪਾਇਰ ਦੇ ਆਉਣ ਤੋਂ ਬਾਅਦ। ਪਹਿਲਾਂ ਪੰਜਾਬ ਗੁਪਤਾ ਅੰਪਾਇਰ ਦੇ ਪ੍ਰਭਾਵ ਤੋਂ ਪਹਿਲਾਂ ਬੁੱਧਿਜ਼ਮ ਦੇ ਪ੍ਰਭਾਵ 'ਚ ਬਹੁਤ ਜ਼ਿਆਦਾ ਸੀ। ਸੋ ਦੋਵੇਂ ਹੀ ਟੈਕਨੀਕਲੀ ਸਟੇਟਮੈਂਟਾਂ ਜਿਹੜੀਆਂ ਨੇ ਗਲਤ ਹੋ ਗਈਆਂ। ਵਿਚ ਆਫ ਦੀ ਫੋਲੋਇੰਗ ਆਰ ਸਟੇਟਮੈਂਟ ਆਰ ਕਰੈਕਟ ਸਟੇਟਮੈਂਟ, ਨਨ ਆਫ ਦੀ ਅਬਵ ਇਜ਼ ਕਰੈਕਟ ਸਟੇਟਮੈਂਟ। ਉਮੀਦ ਕਰਦਾ ਕਿ ਸਮਝ ਆ ਰਿਹਾ ਹੋਊਗਾ। ਬਹੁਤ ਇੰਪੋਰਟੈਂਟ ਕੁਐਸਚਨਸ ਨੇ। ਆ ਜਾਓ ਜੀ ਸਵਾਲ ਨੰਬਰ 2 ਤੇ। ਠੀਕ ਆ, ਝੱਜਰ ਬਲੋਚੀ ਕਿੱਥੇ ਆ? ਪਠਾਨਕੋਟ ਦੇ ਵਿੱਚ, ਗਲਤ। ਤਖਣੀ ਰਹਿਮਪੁਰ ਪਟਿਆਲੇ 'ਚ, ਗਲਤ। ਬੀੜ ਅਸ਼ਵਿਨ ਪਟਿਆਲੇ 'ਚ ਆ, ਇਹ ਵੀ ਗਲਤ। ਸਭ ਤੋਂ ਪੁਰਾਣੀ ਬੀੜ ਆ ਬੀੜ ਅਸ਼ਵਿਨ। ਹੁਣ ਇਹ ਬੀੜਾਂ ਹੈ ਕਿੱਥੇ ਕਿੱਥੇ ਆ, ਕਿਹੜੀਆਂ ਬੀੜਾਂ ਕਿੱਥੇ ਆ? ਹੁਣ ਦੇਖੋ, ਤਖਣੀ ਰਹਿਮਪੁਰ ਹੁਸ਼ਿਆਰਪੁਰ 'ਚ ਆ, ਝੱਜਰ ਬਲੋਚੀ ਰੂਪਨਗਰ 'ਚ ਆ, ਤੇ ਬੀੜ ਅਸ਼ਵਿਨ ਉੱਪਰ ਲਿਖੀ ਹੋਣੀ ਆ ਉਹ ਆਪਣੀ ਸੰਗਰੂਰ 'ਚ ਆ। ਓਲਡੈਸਟ ਬੀੜਾਂ 'ਚੋਂ ਇੱਕ ਬੀੜ ਆ। ਸੋ ਇਹ ਸਵਾਲ ਪੇਪਰ 'ਚ ਆ ਸਕਦਾ। ਪੰਜਾਬ ਦੀਆਂ 13 ਵਾਈਲਡ ਲਾਈਫ ਸੈਂਚਰੀਜ਼ ਨੇ। ਸਵਾਲ ਨੰਬਰ ਅੱਗੇ, ਮਣੀਕਰਨ ਸਾਹਿਬ ਗੁਰਦੁਆਰਾ ਬਿਆਸ ਦੀ ਇੱਕ ਲੈਫਟ ਹੈਂਡ ਟ੍ਰਿਬਿਊਟਰੀ ਤੇ ਆ ਜਿਹਦਾ ਨਾਮ ਆ ਪਰਾਵਤੀ। ਪਰਾਵਤੀ ਤੇ ਠੀਕ ਆ, ਕੀ ਪਰਾਵਤੀ ਲੈਫਟ ਹੈਂਡ ਟ੍ਰਿਬਿਊਟਰੀ ਹੈਗੀ ਆ? ਯੈਸ, ਬਿਲਕੁਲ ਸਹੀ ਆ। ਪੌਂਗ ਡੈਮ ਵੀ ਬਿਆਸ ਤੇ ਆ, ਬਿਲਕੁਲ ਸਹੀ। ਮੁਕੇਰੀਆਂ ਚੈਨਲ, ਇੱਕ ਦਰਿਆ, ਥੋੜੀ ਜਿਹੀ ਨਹਿਰ ਕੱਢੀ ਗਈ ਹੈ ਤਲਵਾੜਾ ਦੇ ਨੇੜੇ ਬਿਆਸ ਤੋਂ, ਬਿਲਕੁਲ ਸਹੀ। ਚੱਕੀ ਬਿਆਸ ਦੀ ਸੱਜੇ ਹੱਥ ਦੀ ਟ੍ਰਿਬਿਊਟਰੀ ਹੈ, ਸਹਾਇਕ ਨਦੀ ਆ, ਬਿਲਕੁਲ ਸਹੀ। ਆਲ ਆਫ ਦੀ ਅਬਵ ਆਰ ਕਰੈਕਟ ਆਪਸ਼ਨਸ। ਠੀਕ ਆ, ਐਕਸਪਲੇਨੇਸ਼ਨ, ਪਰਬਤੀ ਤੇ ਸੁਕੇਤਰੀ ਇਹਦੀਆਂ ਖੱਬੇ ਹੱਥ ਦੀਆਂ ਟ੍ਰਿਬਿਊਟਰੀਜ਼ ਨੇ। ਗੱਜ ਚੱਕੀ ਉੱਲ, ਗੱਜ ਚੱਕੀ ਉੱਲ ਤੇ ਲੰਬੂਡਗ ਇਹ ਇਹਦੀਆਂ ਸੱਜੇ ਹੱਥ ਦੀਆਂ ਟ੍ਰਿਬਿਊਟਰੀਜ਼ ਨੇ। ਸਤਲੁਜ ਜਿਹੜੀ ਆ, ਫਿਰ ਇਹ ਤਾਂ ਸਾਰੀ ਸਟੋਰੀ ਅੱਗੇ ਹੁਣ ਮੈਂ ਪੜ੍ਹਾਈ ਹੋਈ ਆ। ਮੁਕੇਰੀਆਂ ਇੱਕ ਹਾਈਡਰੋ ਪ੍ਰੋਜੈਕਟ ਆ ਜਿਹਦੇ ਵਾਸਤੇ ਇੱਕ ਚੈਨਲ ਕੱਢੀ ਹੋਈ, ਉਹਦੇ 'ਚੋਂ ਮੁਕੇਰੀਆਂ ਹਾਈਡਲ ਪ੍ਰੋਜੈਕਟ ਇਸੇ ਹਾਈਡਲ ਚੈਨਲ 'ਤੇ ਬਣਿਆ ਹੈ ਜਿਹੜਾ ਕਿ ਉੱਥੋਂ ਪਾਣੀ ਡਾਈਵਰਟ ਕੀਤਾ ਜਾਂਦਾ ਹੈ ਮੁਕੇਰੀਆਂ ਦੇ ਕੋਲੋਂ। ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰਾ ਕੰਸੈਪਟ ਜਿਹੜਾ ਹੈ ਉਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਠੀਕ ਆ, ਸੋ ਅਜੇ ਵੀ ਮੈਂ ਕਹਿ ਰਿਹਾ ਕਿ ਜੇ ਤੁਹਾਨੂੰ ਐਕਸਪੋਜ਼ ਕਰੋ ਸਾਡਾ ਕੰਟੈਂਟ ਚੰਗਾ ਲੱਗਦਾ ਹੈ, ਤੁਸੀਂ ਸਾਡੀ ਐਪ 'ਤੇ ਜਾ ਕੇ ਇਹਨਾਂ ਕੋਰਸਿਸ ਨੂੰ ਵਿਜ਼ਿਟ ਕਰ ਸਕਦੇ ਹੋ। ਇਹਨਾਂ ਕੋਰਸਿਸ ਦੀ ਪਹਿਲੀ ਵੀਡੀਓ ਹਾਊ ਟੂ ਸਟਾਰਟ ਕੋਰਸ ਇਕੱਲੇ ਰਿਕਾਰਡਡ ਨਹੀਂ, ਲਾਈਵ ਕਮ ਰਿਕਾਰਡਡ ਨੇ ਸਾਰੇ। ਮਤਲਬ ਜੋ ਅਸੀਂ ਸਵੇਰੇ ਪੜ੍ਹਾਉਂਦੇ ਹਾਂ ਉਹ ਲਾਈਵ ਵੀ ਅਵੇਲੇਬਲ ਆ, ਪਲੱਸ ਰਿਕਾਰਡਡ ਵੀ। ਰਿਕਾਰਡਡ ਇਸ ਕਰਕੇ ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਰਿਕਾਰਡ ਕਰਦੇ ਹਾਂ ਤਾਂ ਓਬਵੀਅਸ ਜੀ ਗੱਲ ਆ ਉਹ ਤੁਹਾਡੇ ਤੱਕ ਰਹਿਣੀ ਚਾਹੀਦੀ ਆ। ਪਰ ਇੱਕ ਬੜੀ ਮਿੱਥ ਬਣੀ ਹੋਈ ਹੈ ਰਿਕਾਰਡਡ ਕੋਰਸ ਨੂੰ ਲੈ ਕੇ, ਕਿਉਂਕਿ ਅਕਸਰ ਅਸੀਂ ਜਦੋਂ ਅਕੈਡਮੀਆਂ ਦੇ ਰਿਕਾਰਡਡ ਕੋਰਸ ਦੇਖਦੇ ਹਾਂ ਤਾਂ ਸਾਨੂੰ ਐਵੇਂ ਲੱਗਦਾ ਹੈ ਕਿ ਸਾਰਾ ਗੱਲਾਂ ਹੀ ਮਾਰੀਆਂ ਹੋਈਆਂ, ਕੰਮ ਦੀ ਗੱਲ ਤਾਂ ਬਹੁਤ ਥੋੜ੍ਹੇ ਸਮੇਂ ਲਈ ਹੁੰਦੀ ਹੈ। ਇਸੇ ਕਰਕੇ ਬੱਚੇ ਰਿਕਾਰਡਡ ਤੋਂ ਭੱਜਦੇ ਆ। ਬਟ ਮੈਂ ਇਹ ਗਰੰਟੀ ਦਿੰਦਾ ਕਿ ਤੁਸੀਂ ਸਾਡੀ ਕਿਸੇ YouTube ਦੀ ਵੀਡੀਓ ਤੋਂ ਦੇਖ ਲਓ ਜਿੱਥੇ ਤੁਹਾਨੂੰ ਐਂ ਲੱਗਦਾ ਹੋਊਗਾ ਕਿ ਅਸੀਂ ਆਪਣੀ ਕਲਾਸ ਦਾ ਜ਼ਿਆਦਾ ਟਾਈਮ ਸਿਰਫ ਇਸ ਕਰਕੇ ਵੇਸਟ ਕਰਤਾ ਕਿ ਆਪਾਂ ਗੱਲਾਂ ਕਰਨੀਆਂ ਕਿ ਹਾਂ ਵੀ ਕਿਵੇਂ ਚੱਲ ਰਿਹਾ, ਸਮਝ ਆ ਰਹੀ ਆ, ਮੰਨ ਕੇ ਚੱਲ ਰਹੇ ਹਾਂ ਕਿ ਸਮਝ ਜਿਹਨੂੰ ਆ ਰਹੀ ਹੋਊਗੀ ਉਹ ਬੈਠਾ ਰਹੂਗਾ, ਜਿਹਨੂੰ ਨਹੀਂ ਆ ਰਹੀ ਹੋਊਗੀ ਉਹਨੇ ਬਹਿਣਾ ਹੀ ਨਹੀਂ। ਸੋ ਉਮੀਦ ਕਰਦਾ ਕਿ ਅੱਜ ਦਾ ਲੈਕਚਰ ਤੁਹਾਨੂੰ ਸਮਝ ਆਇਆ ਹੋਊਗਾ। ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ, ਧੰਨਵਾਦ।